दर्शन परसै गुरु का जन्म मरण दुख जाए। होवै सिफत खुशामदी नूर अरसहो कुरसहो चटिया। तुद डिठे सच्चे पातशाह मल जन्म जन्म दी कटिया। तुद डिठे सच्चे पातशाह मल जन्म जन्म दी कटिया। सतनाम श्री वाहिगुरु साहिब जी। सलोक महला चौथा। अंतर अज्ञान भई मत मध्यम सतगुर की प्रतीत नाही। अंदर कपट सब कपटो कर जाने कपटे खपहे खपाही। अंतर अज्ञान भई मत मध्यम सतगुर की प्रतीत नाही। अंदर कपट सब कपटो कर जाने कपटे खपे खपाही। सतगुर का पाना चित न आवे अपने सुआए फिराही। कृपा करे जे अपनी ता नानक शब्द समाही। सतगुर का पाना चित न आवे अपने सुआए फिराही। कृपा करे जे अपनी ता नानक शब्द समाही। वाहिगुरु जी का खालसा वाहिगुरु जी की फतेह। धन गरीब निवाज सतगुरु साहिब श्री गुरु रामदास सच्चे पातशाह जी दे पावन दरबार दियां हाजरियां भरन वास्ते दूरों नेड़ियों पहुँचे हुए गुरु सवारिओ, आपां सारिआं नूं सतगुरां दे उस मुकद्दस पवित्र स्थान ते बैठ करके अपने समय ਅਤੇ ਸਵਾਸਾਂ ਨੂੰ ਸਫਲ ਕਰਨ ਦਾ ਸੁਭਾਗ ਮਿਲ ਰਿਹਾ ਹੈ। ਜਿਸ ਪਾਵਨ ਸਥਾਨ ਦੀ ਚਰਨ ਧੂੜ ਨੂੰ ਸਾਰੀ ਸ੍ਰਿਸ਼ਟੀ ਰੋਚਦੀ ਹੈ। ਭਗਤ ਜਨ ਗੁਰਮੁਖ ਪਿਆਰੇ ਸ਼ਰਧਾਲੂ ਪ੍ਰੇਮੀ ਜਿਹੜੇ ਹਨ, ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਇਕਮਿਕ ਹੋਣਾ ਚਾਹੁੰਦੇ ਹਨ, ਉਹ ਇਸ ਪਾਵਨ ਪਵਿੱਤਰ ਸਥਾਨ ਦੀ ਚਰਨ ਧੂੜ ਲੋਚਦੇ ਹਨ। ਸਾਧ ਸੰਗਤ ਜੀ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਜਿਸ ਸਮੇਂ ਅੰਮ੍ਰਿਤ ਵੇਲੇ ਆਪ ਜੀ ਗੁਰਤਾ ਗੱਦੀ ਦੇ ਸਿੰਘਾਸਨ ਉੱਪਰ ਸੁਭਾਇਮਾਨ ਹੋਏ,
ਜੋ ਉਸ ਸਮੇਂ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਸਾਰੀ ਸ੍ਰਿਸ਼ਟੀ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਉਸ ਪਾਵਨ ਉਪਦੇਸ਼ ਨੂੰ ਆਪ ਜੀ ਨੇ ਸਤਿਗੁਰਾਂ ਦੇ ਸੇਵਕਾਂ ਦੇ ਪਾਸੋਂ ਸ਼ਲੋਕ ਰੂਪ ਦੇ ਵਿੱਚ ਸਰਵਣ ਕੀਤਾ ਹੈ। ਇਹ ਪਾਵਨ ਉਪਦੇਸ਼, ਇਸ ਦੀ ਉਥਾਨਕਾ ਗੁਰਮੁਖ ਪਿਆਰੇ ਇਸ ਤਰ੍ਹਾਂ ਦੱਸਦੇ ਹਨ। ਧੰਨ ਸਤਿਗੁਰੂ ਸਾਹਿਬ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਨਿਯਮ ਸਾਧ ਸੰਗਤ ਜੀ ਇਕਾਂਤ ਵਿੱਚ ਬੈਠਣਾ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਮਾਧੀ ਵਿੱਚ ਬੈਠ ਜਾਂਦੇ ਹਨ। ਜਿਸ ਤਰ੍ਹਾਂ ਹੁਣ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਪਾਵਨ ਨਿੱਜੀ ਅਸਥਾਨਾਂ ਤੋਂ, ਵਿਸ਼ਰਾਮ ਅਸਥਾਨਾਂ ਤੋਂ ਚੱਲ ਕੇ, ਕੋਠਾ ਸਾਹਿਬ ਜੀ ਵਾਲੇ ਅਸਥਾਨ ਤੋਂ ਚੱਲ ਕੇ ਆਪ ਜੀ ਸ੍ਰੀ ਦਰਬਾਰ ਸਾਹਿਬ ਜੀ ਦੇ ਵਿੱਚ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਸਿੰਘਾਸਨ ਉੱਪਰ ਸੁਭਾਇਮਾਨ ਹੁੰਦੇ ਨਾ। ਆਸਾ ਕੀ ਵਾਰ ਦੇ ਭੋਗ ਪੈਣ ਦੇ ਵਿੱਚ ਵੀ ਥੋੜਾ ਸਮਾਂ ਹੁੰਦਾ ਹੈ ਤੇ ਦਿਨ ਦੇ ਚੜ੍ਹਾਅ ਵਿੱਚ ਵੀ। ਇਹ ਦਸਾਂ ਪਾਤਸ਼ਾਹੀਆਂ ਦੀ ਮਰਿਆਦਾ ਰਹੀ ਹੈ। ਇਹ ਕੋਈ ਹੁਣ ਨਹੀਂ ਹੈ ਕਿ ਆਪਾਂ ਕਹੀਏ ਕਿ ਆਮ ਨਗਰਾਂ ਦੇ ਵਿੱਚ, ਸ਼ਹਿਰਾਂ ਵਿੱਚ ਤਾਂ ਬਹੁਤ ਤੜਕੇ ਜੇ ਕੋਈ 3 ਵਜੇ ਗੁਰਮੁਖ ਪਿਆਰੇ ਨਿਤਨੇਮ ਆਰੰਭ ਕਰਦੇ ਹਨ ਤਾਂ ਉਹ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਤੇ ਸਤਿਗੁਰੂ ਜੀ ਆ ਕੇ ਪਹਿਲਾਂ ਸਿੰਘਾਸਨ ਤੇ ਸੁਭਾਇਮਾਨ ਹੁੰਦੇ ਹਨ। ਅਰਦਾਸ ਹੁੰਦੀ ਹੈ, ਫਿਰ ਸਿਰ ਮੁਖ ਵਾਕ ਲੈਂਦੇ ਨੇ, ਫਿਰ ਨਿਤਨੇਮ ਸ਼ੁਰੂ ਕਰਦੇ ਨੇ। ਪਰ ਦਸਾਂ ਪਾਤਸ਼ਾਹੀਆਂ ਦੇ ਸਮੇਂ ਤੇ ਹੀ ਇਹ ਮਰਿਆਦਾ ਸੀ। ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਨਿਤਨੇਮ ਸ਼ੁਰੂ ਹੋ ਜਾਣਾ, ਉਸ ਤੋਂ ਬਾਅਦ ਆਸਾ ਕੀ ਵਾਰ ਦਾ ਕੀਰਤਨ ਹੋਣਾ। ਜਦੋਂ ਆਸਾ ਕੀ ਵਾਰ ਦੇ ਭੋਗ ਦਾ ਸਮਾਂ ਹੁੰਦਾ ਸੀ, ਸਤਿਗੁਰੂ ਜੀ ਉਸ ਸਮੇਂ ਹੀ ਆ ਕਰਕੇ ਸਿੰਘਾਸਨਾਂ ਤੇ ਸੁਭਾਇਮਾਨ ਹੋਇਆ ਕਰਦੇ ਸੀ। ਇਸ ਦੀਆਂ ਇਤਿਹਾਸ ਵਿੱਚ ਬਹੁਤ ਗਵਾਹੀਆਂ ਹਨ। ਆਪਣੇ ਪਾਸ ਇੱਥੇ ਇੰਨਾ ਸਮਾਂ ਨਹੀਂ ਹੁੰਦਾ ਕਿ ਉਹਨਾਂ ਸਾਰਿਆਂ ਨੂੰ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰ ਸਕਾਂ। ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਦੀ ਇੱਕ ਘਟਨਾ ਛੋਟੀ ਜੀ ਮੈਂ ਆਪ ਜੀ ਨੂੰ ਬੇਨਤੀ ਕਰਦਾ। ਨਿਤਨੇਮੀ ਸਿੰਘ ਥੋੜਾ ਜਿਹਾ ਲੇਟ ਹੋ ਗਿਆ। ਸੁਖਮਨੀ ਸਾਹਿਬ ਜੀ ਦੀ ਅਖੀਰਲੀ ਅਸ਼ਟਪਦੀ ਦੀਆਂ ਕੁਝ ਪੌੜੀਆਂ ਰਹਿੰਦੀਆਂ ਹੈ। ਰਾਗੀ ਸਿੰਘ ਆਏ ਤੇ ਉਹਨਾਂ ਨੇ ਆਪਣੇ ਸਾਜ਼ ਸ਼ੁਰੂ ਕਰ ਦਿੱਤੇ ਵਜਾਉਣੇ। ਉਹ ਸਿੱਖ ਨੇ ਕੁਝ ਮਨ ਵਿੱਚ ਰੋਸ ਕਰਦੇ ਹੋਏ ਵਿੱਚੇ ਹੀ ਪਾਠ ਰੋਕ ਕੇ ਬੇਨਤੀ ਕੀਤੀ ਕਿ ਬਸ 1-2 ਮਿੰਟ ਹੋਰ ਮੈਂ ਭੋਗ ਪਾ ਦੇਣਾ। ਉਹ ਕਹਿਣ ਲੱਗੇ ਨਹੀਂ ਭਾਈ, ਸਾਡਾ ਸਮਾਂ ਹੋ ਗਿਆ ਹੈ। ਉਹਨਾਂ ਕੀਰਤਨ ਆਰੰਭ ਸ਼ਬਦ ਕਰ ਦਿੱਤੇ ਤੇ ਉਹ ਸਿੰਘ ਕਹਿੰਦਾ ਕਿ ਮੈਂ ਕੋਈ ਨਹੀਂ, ਜਦੋਂ ਸਤਿਗੁਰੂ ਜੀ ਦਰਬਾਰ ਚ ਆਉਣਗੇ ਤੁਹਾਡੀ ਸ਼ਿਕਾਇਤ ਲਾਵਾਂਗਾ। ਕੀਰਤਨੀਏ ਸਿੰਘ ਕੀਰਤਨ ਕਰਨ ਲੱਗ ਪਏ ਹਨ। ਉਹਨੇ ਚਲੋ ਗੁਪਤ ਬਾਣੀ ਪੜ੍ਹ ਕੇ ਪਾ ਦਿੱਤਾ। ਜਿਸ ਸਮੇਂ ਕਲਗੀਧਰ ਪਾਤਸ਼ਾਹ ਜੀ ਦਰਬਾਰ ਵਿੱਚ ਆਏ ਤੇ ਉਹਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਹੱਸ ਕੇ ਕਹਿੰਦੇ ਭਾਈ ਰਾਗੀ ਸਿੰਘਾਂ ਦੀ ਕੋਈ ਗਲਤੀ ਨਹੀਂ, ਇਹ ਤੇ ਆਪਣੇ ਸਮੇਂ ਨਾਲ ਸ਼ੁਰੂ ਹੋਏ, ਗਲਤੀ ਤੇਰੀ ਹੈ। ਤੇਰਾ ਇਸ ਤਰ੍ਹਾਂ ਹੀ ਜਿਵੇਂ ਕੋਈ ਭੋਜਨ ਛਕਾ ਰਿਹਾ ਹੋਵੇ ਤੇ ਕੀਰਤਨ ਦਾ ਮਹਾਤਮ, ਕੀਰਤਨ ਦੀਆਂ ਬਖਸ਼ਾਂ ਇਸ ਤਰ੍ਹਾਂ ਜਿਵੇਂ ਕੋਈ ਛੋਲੇ ਪੂੜੀਆਂ ਛਕਾਉਂਦਾ ਹੋਵੇ। ਤੂੰ ਤਾਂ ਇਸ ਤਰ੍ਹਾਂ ਜਿਵੇਂ ਚਬੀਣਾ ਚਬਾਈਦਾ, ਤੇ ਕੀਰਤਨ ਦਾ ਮਹਾਤਮ ਇਸ ਤਰ੍ਹਾਂ ਹੈ ਜਿਵੇਂ ਕੋਈ ਛੋਲੇ ਪੂੜੀਆਂ ਛਕਾਵੇ। ਤੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਫਿਰ ਜੇ ਕਿਰਪਾ ਕੀਤੀ ਹੈ ਫਿਰ ਕਥਾ ਦਾ ਮਹਾਤਮ ਵੀ ਦੱਸੋ। ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਕਥਾ ਇਸ ਤਰ੍ਹਾਂ ਜਿਵੇਂ ਕੜਾ ਪ੍ਰਸ਼ਾਦ ਹੁੰਦਾ, ਬਜ਼ੁਰਗ ਵੀ ਛਕ ਲੈਂਦਾ ਹੈ, ਬੱਚਾ ਵੀ ਛਕ ਲੈਂਦਾ ਹੈ, ਸਿਆਣਾ ਵੀ ਛਕਦਾ ਹੈ, ਬੇਸਮਝ ਵੀ ਛਕਦਾ ਹੈ, ਸਾਰਿਆਂ ਦੀ ਤ੍ਰਿਪਤੀ ਹੁੰਦੀ ਹੈ। ਕਥਾ ਦੇ ਵਿੱਚ ਸਾਰੇ ਸ਼ਬਦ ਦਾ, ਉਥਾਨਕਾ ਦਾ, ਅੱਖਰਾਂ ਦੇ ਅਰਥਾਂ ਦਾ ਪਤਾ ਲੱਗਦਾ। ਇਸ ਵਾਸਤੇ ਸਿਆਣੇ ਨੂੰ ਵੀ ਬੇਸਮਝ ਨੂੰ ਹਰ ਇੱਕ ਨੂੰ ਸਮਝ ਆਉਂਦੀ। ਸੋ ਸਾਧ ਸੰਗਤ ਜੀ, ਇਸ ਸਾਖੀ ਦੇ ਵਿੱਚੋਂ ਜਿੱਥੇ ਕਥਾ ਕੀਰਤਨ ਬਾਣੀ ਦਾ ਮਹਾਤਮ ਬਖਸ਼ਾਂ ਪਤਾ ਲੱਗਦਾ ਹੈ,
ਉੱਥੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਗੁਰੂ ਦਰਬਾਰ ਦੇ ਵਿੱਚ ਨਿਤਨੇਮ ਹੁੰਦਾ ਹੈ, ਆਸਾ ਕੀ ਵਾਰ ਵੀ ਹੁੰਦੀ, ਪਰ ਸਤਿਗੁਰੂ ਜੀ ਸੁਭਾਏਮਾਨ ਨਹੀਂ ਸੀ ਹੁੰਦੇ ਉਸ ਸਮੇਂ। ਸਤ ਬਚਨ ਚੱਲਿਆ ਸੀ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਇਕਾਂਤ ਵਿੱਚ ਬੈਠੇ ਸਮਾਧੀ ਲਾ ਕੇ, ਤੇ ਜਿਸ ਸਮੇਂ ਸਮਾਂ ਹੁੰਦਾ ਦਰਬਾਰ ਦਾ ਆਪ ਜੀ ਚਾਲੇ ਪਾਉਂਦੇ ਆ, ਤੇ ਸਾਧ ਸੰਗਤ ਜੀ ਜਿਹੜੇ ਮੰਜਿਆਂ ਤੇ ਪਏ ਹੋਏ ਵੀ ਮਰੀਜ਼ ਆਉਂਦੇ ਆ, ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਪਾ ਦਿੰਦੇ ਆ, ਉੱਠ ਕੇ ਘਰਾਂ ਨੂੰ ਜਾਂਦੇ ਆ, ਗੱਜ ਕੇ ਬੁਲਾਓ ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਬਚਨ ਬਹੁਤ ਘੱਟ ਕਰਦੇ ਹੁੰਦੇ ਸੀ। ਮਾਇਆ ਵਿਹਾਰ ਲੰਗਰਾਂ ਦੇ ਵਿੱਚ ਘਾਟਾ ਪੈ ਰਿਹਾ ਜਾਂ ਕੀ ਹੋ ਰਿਹਾ, ਐਸੀ ਚਰਚਾ ਕੋਈ ਨਹੀਂ ਸੀ ਕਰ ਸਕਦਾ। ਤੇ ਜੇ ਕੋਈ ਰੋਗੀ ਸੋਗੀ ਭੋਗੀ ਕਿਸੇ ਤਰ੍ਹਾਂ ਦਾ ਕੋਈ ਹੁੰਦਾ ਸੀ, ਤੇ ਉਹ ਜਿੱਤੇ ਕਿਰਪਾ ਦ੍ਰਿਸ਼ਟੀ ਹੋ ਜਾਂਦੀ, ਉਹ ਠੀਕ ਹੋ ਕੇ ਘਰਾਂ ਨੂੰ ਚਲੇ ਜਾਂਦੇ ਸੀ, ਫਿਰ ਬੋਲਣ ਦੀ ਕੀ ਲੋੜ ਉੱਥੇ। ਇਸ ਤਰ੍ਹਾਂ ਆਪ ਜੀ ਨੇ ਗੁਰੂ ਦਰਬਾਰ ਦੀ ਮਰਿਆਦਾ ਰੱਖੀ ਹੈ। ਅੰਮ੍ਰਿਤ ਵੇਲੇ ਦੀ ਦੁਪਹਿਰ ਦੇ ਸਮੇਂ ਬੱਚਿਆਂ ਨੂੰ ਪੜ੍ਹਾਉਂਦੇ ਆ, ਬੱਚਿਆਂ ਦੀਆਂ ਕੁਸ਼ਤੀਆਂ ਕਰਾਉਂਦੇ ਆ, ਘੋਲ ਕਰਾਉਂਦੇ ਆ। ਵੇਖੋ ਸਾਧ ਸੰਗਤ ਜੀ, ਇੱਕ ਮੈਂ ਬੇਨਤੀ ਕਰ ਦਵਾਂ, ਅੱਜ ਸਾਡਾ ਦੁਖਾਂਤ ਹੈ, ਸਾਰਿਆਂ ਨੇ ਅੰਗਰੇਜ਼ੀ ਤੇ ਬਾਹਰ ਨੂੰ ਮੂੰਹ ਚੁੱਕਿਆ। ਇਹ ਉਸ ਸਮੇਂ ਦੀ ਮੈਂ ਬੇਨਤੀ ਕਰਨ ਲੱਗਾ ਜਦੋਂ ਪੂਰੀ ਦੁਨੀਆ ਦੇ ਵਿੱਚ ਕੇਵਲ ਅਰਬੀ ਚੱਲਦੀ ਸੀ। ਅਲਫ ਬੇ ਤੇ ਸੇ ਇਹ ਅੱਖਰ ਚੱਲਦੇ, ਜਿਹਨੂੰ ਆਪਾਂ ਅਰਬੀ ਦੇ ਕਹਿ ਲਈਏ, ਫਾਰਸੀ ਦੇ ਕਹਿ ਲਈਏ, ਭਾਵੇਂ ਉਰਦੂ ਦੇ ਕਹਿ ਲਈਏ, ਲਿਪੀ ਸਾਰਿਆਂ ਦੀ ਇੱਕੋ ਹੀ ਹੈ। ਉਹਨਾਂ ਦਿਨਾਂ ਵਿੱਚ ਪੂਰੀ ਦੁਨੀਆ ਦੇ ਉੱਤੇ ਇਹ ਵਿਦਿਆ ਚੱਲਦੀ ਸੀ। ਉਦੋਂ ਕੋਈ ਕਹਿ ਨਹੀਂ ਸੀ ਸਕਦਾ ਕਿ ਇਹ ਗੁਰਮੁਖੀ ਵਿਦਿਆ ਦੀ ਲੋੜ ਹੈ, ਪਰ ਸਤਿਗੁਰਾਂ ਨੇ ਬਖਸ਼ਾਂ ਕਰਕੇ ਖਡੂਰ ਸਾਹਿਬ ਜੀ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪੂਰੀ ਦੁਨੀਆ ਦੇ ਵਿੱਚ ਰਟਨ ਕੀਤਾ, ਹਰ ਤਰ੍ਹਾਂ ਦੀ ਭਾਸ਼ਾ ਆਪ ਬੋਲੀ, ਹਰ ਇੱਕ ਬੋਲੀ ਵਿੱਚ ਆਪ ਜੀ ਨੇ ਸਮਝਾਇਆ, ਕਿਰਪਾ ਕੀਤੀ। ਜਿਹੜੇ ਵੀਰ ਕਹਿ ਦਿੰਦੇ ਨਾ ਸਤਿਗੁਰਾਂ ਨੇ ਕਰਾਮਾਤ ਨਹੀਂ ਦਿਖਾਈ, ਗੁਰਮੁਖੋ ਪੈਰ ਪੈਰ ਤੇ ਕਰਾਮਾਤ ਦਿਖਾਈ ਹੈ। ਪੰਜਾਬ ਤੋਂ ਬਾਹਰ ਬਿਆਸ ਨੂੰ ਪਾਰ ਕਰੀਏ, ਦੁਆਬੇ ਦੀ ਬੋਲੀ ਬਦਲ ਜਾਂਦੀ ਹੈ। ਸਤਲੁਜ ਪਾਰ ਹੋ ਜਾਈਏ, ਮਾਲਵੇ ਦੇ ਅੱਖਰ ਬਦਲ ਜਾਂਦੇ। ਹੁਣ ਤਾਂ ਸਕੂਲਾਂ ਦੀ ਪੜ੍ਹਾਈ ਕਰਕੇ ਤੇ ਟੈਲੀਵਿਜ਼ਨ ਕਰਕੇ ਬਹੁਤ ਫਰਕ ਪੈ ਗਿਆ, ਨਹੀਂ ਤਾਂ ਅੱਜ ਵੀ ਬਹੁਤ ਸਾਰੇ ਅੱਖਰਾਂ ਦਾ ਫਰਕ ਹੈ ਬਹੁਤ। ਹਰਿਆਣੇ ਵਿੱਚ ਚਲੇ ਜਾਓ, ਉਧਰ ਹੋਰ ਬੋਲੀ ਹੈ, ਅਗਾਂਹ ਦੇ ਅਗਾਂਹ ਤੁਰੇ ਜਾਓ, ਪੈਰ ਪੈਰ ਤੇ ਬੋਲੀਆਂ ਬਦਲਦੀਆਂ ਸੀ। ਮੇਰੇ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਨਿਰੰਕਾਰ ਨੇ ਫਿਰ ਕਿਸ ਤਰ੍ਹਾਂ ਸਮਝਾਇਆ ਸ੍ਰਿਸ਼ਟੀ ਨੂੰ। ਉਹ ਤਾਂ ਸਾਰੇ ਥਾਵਾਂ ਤੇ ਬੋਲੀ ਬੋਲ ਕੇ ਉਹਨਾਂ ਨੇ ਸਮਝਾਇਆ, ਕਿਰਪਾ ਕੀਤੀ ਹੈ। ਪਰ ਅਖੀਰ ਦੇ ਵਿੱਚ ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ, ਜੇ ਉਹਨਾਂ ਨੇ ਆਪਣੀ ਪਾਵਨ ਬਖਸ਼ਾਂ ਮੇਰਾ ਬ੍ਰਹਮ ਵਿਦਿਆ, ਬ੍ਰਹਮ ਗੁਰਬਾਣੀ, ਪਰਮਾਤਮਾ ਦਾ ਰੂਪ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਜਿਸ ਜੇਵੜਾ ਵਰਨਾ ਕੋਏ, ਜੇ ਲਿਖਵਾਈ ਤੇ ਆਪ ਲਿਪੀ ਉਚਾਰ ਕੇ ਲਿਖਵਾਈ, ਕਿਰਪਾ ਕੀਤੀ। ਗੁਰਮੁਖੀ ਅੱਖਰ ਜਿਸ ਨੂੰ ਆਪਾਂ ਕਹਿੰਦੇ ਆ, ਸਾਰੇ ਪਿਆਰ ਨਾਲ ਗੱਜ ਕੇ ਬੁਲਾਓ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਵੀ ਕੌਮ ਨੂੰ ਤਿੰਨ ਚਾਰ ਚੀਜ਼ਾਂ ਬਹੁਤ ਜ਼ਰੂਰੀ ਚਾਹੀਦੀਆਂ। ਇੱਕ, ਉਹਨਾਂ ਨੂੰ ਲਿਪੀ ਚਾਹੀਦੀ ਹੈ। ਉਹਨਾਂ ਦੀ ਬੋਲੀ ਤਾਂ ਵੱਖਰੀ ਹਰ ਇੱਕ ਦੀ ਹੁੰਦੀ ਹੈ, ਪਰ ਕੌਮੀਅਤ ਵਾਸਤੇ, ਦੇਸ਼ ਵਾਸਤੇ ਇੱਕ ਬੋਲੀ ਚਾਹੀਦੀ ਹੈ। ਇੱਕ ਲਿਪੀ ਵੀ ਚਾਹੀਦੀ ਹੈ, ਲਿਖਣ ਸ਼ੈਲੀ। ਅੱਜ ਪੂਰੀ ਦੁਨੀਆ ਦੇ ਵਿੱਚ ਜੇ ਮੈਂ ਜ਼ਿਆਦਾ ਨਾ ਕਵਾਂ ਤੇ 75% ਦੁਨੀਆ ਜਿਹੜੀ ਹੈ ਉਹ ਅੰਗਰੇਜ਼ੀ ਅੱਖਰਾਂ ਨੂੰ ਵਰਤਦੀ, ਜਦ ਕਿ ਰੋਮਨ ਅੱਖਰ ਨੇ, ਰੋਮਨ ਇਟਲੀ ਦੇ। ਧੰਨ ਗੁਰੂ ਨਾਨਕ ਦੇਵ ਜੀ ਨਿਰੰਕਾਰ ਨੇ ਕਿਰਪਾ ਕੀਤੀ, ਬਚਪਨ ਵਿੱਚ ਹੀ ਆਪਣੇ ਉਸਤਾਦ ਗੋਪਾਲ ਚੰਦ ਪਾਂਧਾ ਜੀ ਨੂੰ ਆਸਾ ਮਹੱਲਾ ਪਹਿਲਾ ਪੱਟੀ ਲਿਖੀ, ਸੱਸੈ ਸੋਏ ਸ੍ਰਿਸ਼ਟ ਜਨ ਸਾਜੀ, ਇਹਦੇ ਵਿੱਚ 35 ਅੱਖਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਪੜ੍ਹ ਲਈ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹ ਲਈ। ਮੈਂ ਦਾਅਵੇ ਨਾਲ ਇਹ ਬੇਨਤੀ ਕਰਦਾ ਹਾਂ ਆਪ ਜੀ ਨੂੰ, 35 ਅੱਖਰਾਂ ਤੋਂ ਵੱਧ ਨਹੀਂ ਲੋੜ ਹੈਗੀ। ਜਿਹੜੇ ਬਿੰਦੀਆਂ ਲਾ ਕੇ ਬੜਾਈ ਫਿਰਦੇ ਆ, ਉਹ ਅੱਜ ਦੀ ਵਿਦਿਆ ਵਾਸਤੇ ਲੋੜ ਹੋਏਗੀ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਲਈ ਕੋਈ ਲੋੜ ਨਹੀਂ ਹੈਗੀ ਇਹਨਾਂ ਅੱਖਰਾਂ ਦੀ। 35 ਅੱਖਰਾਂ ਦੀ ਲੋੜ ਹੈ, ਉਹ ਸਤਿਗੁਰਾਂ ਨੇ ਪੂਰੀ ਕੀਤੀ ਹੈ। ਪੂਰੇ ਕਾ ਕੀਆ ਸਭ ਕਿਛ ਪੂਰਾ। ਨਹੀਂ ਤੇ ਸਵਾਲ ਉੱਠਣਗੇ ਕਿ ਸਤਿਗੁਰਾਂ ਦੀ ਲਿਪੀ ਬਖਸ਼ਿਸ਼ ਕੀਤੀ ਹੋਈ, ਸਤਿਗੁਰਾਂ ਦੀ ਬਾਣੀ ਅਧੂਰੀ ਹੈ ਕਿ ਅਸੀਂ ਹੋਰ ਅੱਖਰ ਬਣਾ ਰਹੇ। ਠੀਕ ਹੈ, ਸਮੇਂ ਅਨੁਸਾਰ ਅੱਖਰ ਬਦਲਦੇ ਆ, ਭਾਸ਼ਾਵਾਂ ਬਦਲਦੀਆਂ, ਇਹ ਗੱਲ ਵੱਖਰੀ ਹੈ। ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ, ਜਿੱਥੇ ਸਾਡੀ ਬੋਲੀ ਵੱਖਰੀ, ਉੱਥੇ ਸਾਨੂੰ ਲਿਪੀ ਵੀ ਵੱਖਰੀ ਬਖਸ਼ੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਗੁਰੂ ਅੰਗਦ ਦੇਵ ਜੀ ਨੇ ਪੜ੍ਹਾਈ। ਸਾਨੂੰ ਪਹਿਰਾਵਾ ਵੱਖਰਾ ਬਖਸ਼ਿਆ,
ਸੱਭਿਆਚਾਰ ਸਾਡਾ ਵੱਖਰਾ ਬਖਸ਼ਿਆ, ਸਾਡੀਆਂ ਰਹੁ ਰੀਤਾਂ ਸਤਿਗੁਰਾਂ ਦੀ ਬਖਸ਼ੀ ਹੋਈ ਮਰਿਆਦਾ ਸਭ ਅਡਰੀ ਬਖਸ਼ੀ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਅੱਜ ਅਸੀਂ ਚੋਟਾਂ ਕਿਉਂ ਖਾ ਰਹੇ? ਰਹਿਤ ਨਹੀਂ ਰੱਖਦੇ, ਰਹਿਤ ਨਹੀਂ ਰੱਖਣਾ ਚਾਹੁੰਦੇ, ਮਰਿਆਦਾ ਨੂੰ ਨਹੀਂ ਮੰਨਣਾ ਚਾਹੁੰਦੇ। ਗੁਰਮੁਖ ਜੇ ਭਾਂਡਾ ਨਹੀਂ ਹੋਏਗਾ ਤਾਂ ਦੁੱਧ ਕਿੱਦਾਂ ਪਵੇਗਾ? ਦੁੱਧ ਪਾਉਣ ਵਾਸਤੇ ਵਿੱਚ ਭਾਂਡਾ ਚਾਹੀਦਾ ਹੈ। ਘਿਓ ਪਵਾਉਣਾ ਹੈ ਕਿਸੇ ਚੀਜ਼ ਵਿੱਚ ਤਾਂ ਭਾਂਡਾ ਚਾਹੀਦਾ, ਬੁੱਕ ਵਿੱਚੋਂ ਤਾਂ ਚੋ ਜਾਏਗਾ। ਮਰਿਆਦਾ ਬਰਤਨ ਹੈ। ਜੇ ਗੁਰੂ ਦੀ ਬਾਣੀ ਦਾ ਅੰਮ੍ਰਿਤ, ਗੁਰੂ ਦੀਆਂ ਬਖਸ਼ਾਂ ਹਿਰਦੇ 'ਚ ਪਾਉਣੀਆਂ ਤੇ ਮਰਿਆਦਾ ਰੂਪੀ ਭਾਂਡਾ ਵੀ ਚਾਹੀਦਾ, ਫਿਰ ਪਵਿੱਤਰਤਾ ਨਾਲ ਚਾਹੀਦਾ। ਇਹਦੇ ਵਿੱਚ ਆਪਣੀਆਂ ਦਖਲਅੰਦਾਜ਼ੀਆਂ ਤੇ ਮਨਮਰਜ਼ੀਆਂ ਨਹੀਂ ਚਾਹੀਦੀਆਂ। ਗੁਰ ਕਹਿਆ ਸਾਕਾਰ ਕਮਾਵੋ, ਗੁਰੂ ਕੀ ਕਰਨੀ ਕਾਹੇ ਧਾਵੋ। ਧੰਨ ਸਾਹਿਬ ਗੁਰੂ ਅੰਗਦ ਦੇਵ ਜੀ ਬਖਸ਼ਾਂ ਕਰ ਰਹੇ ਨੇ, ਉਹਨਾਂ ਦੇ ਚਰਨ ਸ਼ਰਨ ਧੰਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਆਏ ਨੇ, ਜਿਹੜੇ ਸਤਿਗੁਰੂ ਨੇ ਇਹਨਾਂ ਨੇ ਸੇਵਾਵਾਂ ਕੀਤੀਆਂ। ਜਿਵੇਂ ਬਲੈਕ ਬੋਰਡ ਦੇ ਉੱਤੇ ਟੀਚਰ ਲਿਖਦਾ ਹੈ, ਉਹ ਸਕੂਲ ਵਿੱਚ ਪੜ੍ਹਾਉਣ ਆਉਣ ਤੋਂ ਪਹਿਲਾਂ ਹੀ ਟੀਚਰ ਪਦਵੀ ਤੇ ਬਹਿ ਕੇ ਆਇਆ। ਇਸੇ ਤਰ੍ਹਾਂ ਜਿੰਨੇ ਗੁਰੂ ਸਾਹਿਬਾਨ ਨੇ ਉਹਨਾਂ ਸੇਵਾਵਾਂ ਜ਼ਰੂਰ ਕੀਤੀਆਂ, ਪਰ ਸਾਨੂੰ ਸਿਖਾਉਣ ਵਾਸਤੇ, ਇਸ ਵਾਸਤੇ ਨਹੀਂ ਕਿ ਉਹਨਾਂ ਸੇਵਾ ਕੀਤੀ ਤੇ ਤਾਂ ਗੁਰੂ ਪਦਵੀ ਮਿਲੀ ਹੈ। ਨਹੀਂ, ਗੁਰਮੁਖੋ ਧੁਰੋਂ ਦਰਗਾਹੋਂ ਤੋਂ ਹੀ ਗੁਰੂ ਬਣ ਕੇ ਆਏ, ਉਹ ਗੁਰੂ ਸਾਹਿਬ ਸਨ। ਉਹਨਾਂ ਸਾਨੂੰ ਸਿੱਖਿਆ ਦਿੱਤੀ ਹੈ, ਪੂਰਨੇ ਪਾਏ ਹੈ, ਆਪ ਕਿਰਪਾ ਕੀਤੀ ਹੈ। ਮੈਂ ਵਿਸਥਾਰ ਵਿੱਚ ਨਾ ਜਾਵਾਂ। ਧੰਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ, ਆਪ ਜੀ ਸਾਰੇ ਜਾਣਦੇ ਹੋ, ਆਪ ਜੀ ਨੇ ਸੇਵਾ ਕਰਕੇ ਜਾਚ ਸਾਨੂੰ ਦੱਸੀ ਹੈ। ਤਾਂ ਧੰਨ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਇੱਕ ਦਿਨ ਕਹਿਣ ਲੱਗੇ, ਇੱਕ ਗੋਂਦਾ ਨਾਮ ਦਾ ਖੱਤਰੀ, ਗੋਇੰਦਾ ਵੀ ਨਾਮ ਆਉਂਦਾ ਤੇ ਗੋਂਦਾ ਵੀ ਆਉਂਦਾ, ਉਹਨੇ ਬੇਨਤੀ ਕੀਤੀ, ਮਹਾਰਾਜ ਮੈਂ ਝੂਠੀ ਧਰਮ ਦੀ ਸਹੁੰ ਖਾਧੀ ਤੇ ਮੇਰਾ ਮਕਾਨ ਨਹੀਂ ਬਣਦਾ। ਦਿਨੇ ਬਣਾਉਂਦੇ ਆ, ਰਾਤ ਨੂੰ ਢਾਹ ਦਿੰਦੇ ਆ, ਪ੍ਰੇਤ ਰੂਹਾਂ, ਅਵਗਤ ਰੂਹਾਂ। ਤੇ ਗੁਰਮੁਖੋ ਇਸ ਸਾਖੀ ਤੋਂ ਸਿੱਖਿਆ ਲੈਣੀ ਹੈ, ਜਿਹੜੇ ਬੰਦੇ ਝੂਠੀਆਂ ਸਹੁੰਆਂ ਖਾਂਦੇ ਉਹਨਾਂ ਤੇ ਭਰੋਸਾ ਨਹੀਂ ਕਰਨਾ। ਆਪ ਵੀ ਕਦੀ ਸਹੁੰ ਨਹੀਂ ਖਾਣੀ ਧਰਮ ਦੀ, ਕੋਈ ਇਤਬਾਰ ਕਰੇ ਨਾ ਕਰੇ। ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ, ਜਿਹੜਾ ਵੀ ਸਹੁੰ ਖਾਂਦਾ ਹੈ, ਇਤਿਹਾਸ ਚੁੱਕ ਕੇ ਵੇਖ ਲਓ, ਆਪਣੇ ਵਿੱਚ ਪ੍ਰਚਲਿਤ ਕਰ ਦਿੱਤਾ ਕਿ ਮੁਸਲਮਾਨ ਸਹੁੰ ਖਾਂਦਾ ਨਹੀਂ। ਜਿਹੜਾ ਮਰਜ਼ੀ ਇਤਿਹਾਸ ਵੇਖ ਲਓ, ਮਹਾਰਾਜ ਨੇ ਕਿਹਾ ਜਿਹੜਾ ਵੀ ਸਹੁੰ ਖਾਂਦਾ ਹੈ ਉੱਤੇ ਇਤਬਾਰ ਨਹੀਂ ਕਰਨਾ, ਤੇ ਸਹੁੰ ਖਾਣ ਵਾਲੇ ਦਾ ਨਹੀਂ ਬਣਦਾ ਕੁਝ। ਗੋਇੰਦੇ ਨੇ ਬੇਨਤੀ ਕੀਤੀ, ਤਰਲਾ ਕੀਤਾ, ਮਹਾਰਾਜ ਮੈਂ ਝੂਠੀ ਸਹੁੰ ਖਾ ਕੇ ਕਚਹਿਰੀ ਦੇ ਵਿੱਚ ਤਾਂ ਮੁਕੱਦਮਾ ਜਿੱਤ ਗਿਆ ਆਪਣੇ ਭਰਾ ਤੋਂ, ਇਹ ਮੈਨੂੰ ਅਸਥਾਨ ਮਿਲ ਗਿਆ। ਮੈਂ ਲਾਲਚ ਕੀਤਾ ਕਿ ਘਾਟ ਹੈ ਇਹ ਦਰਿਆ ਬਿਆਸ ਦਾ, ਸੁਲਤਾਨਪੁਰ ਲੋਧੀ ਤੋਂ ਸੜਕ ਆਉਂਦੀ ਸੀ ਨਾ ਵੱਡੀ ਸ਼ਾਹੀ ਰਾਹ, ਤੇ ਉਹਦੇ ਉੱਤੇ ਹੁਣ ਇਹੋ ਜਿਹਾ ਟਿਕਾਣਾ ਇੱਕ ਵਪਾਰ ਦਾ ਕੇਂਦਰ ਬਣਨਾ, ਤੇ ਉਹਨੇ ਲਾਲਚ ਕੀਤਾ, ਝੂਠੀਆਂ ਸਹੁੰਆਂ ਖਾ ਕੇ ਉਹਨੇ ਜਿੱਤ ਲਿਆ ਮੁਕੱਦਮਾ। ਦੂਜਾ ਧਰਮੀ ਸੀ, ਉਹ ਕਹਿੰਦਾ ਕਾਹਦੇ ਵਾਸਤੇ ਜ਼ਮੀਨ ਦੇ ਟੁਕੜੇ ਲਈ ਰਹਿਣ ਦੇ, ਕੋਈ ਗੱਲ ਹੀ ਨਹੀਂ, ਪਰ ਉਹ ਵੱਸਦਾ ਨਹੀਂ। ਫਿਰ ਤਰਲਾ ਲਿਆ। ਉਸ ਸਮੇਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੁੱਤਰਾਂ ਨੂੰ ਵੀ ਕਿਹਾ, ਸਾਖੀ ਲੰਮੀ ਹੈ ਆਪਾਂ ਛੱਡ ਦਈਏ, ਉਹਨਾਂ ਬਚਨ ਨਹੀਂ ਮੰਨੇ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਿਹਾ, ਪੁਰਖਾ ਤੁਸੀਂ ਜਾਓ, ਆ ਸਾਡੀ ਛਟੀ ਲੈ ਜਾਓ। ਉੱਥੇ ਜਾ ਕੇ ਨਗਰ ਵਸਾਇਆ, ਤੇ ਮਹਾਰਾਜ ਜੀ ਦਾ ਹੁਕਮ ਸੀ ਕਿ ਇਸ ਗੋਇੰਦੇ ਦੇ ਨਾਮ ਤੇ ਹੀ ਨਾਮ ਰੱਖਣਾ ਹੈ, ਗੋਇੰਦਵਾਲ ਰੱਖ ਦਿੱਤਾ। ਤੇ ਜਦੋਂ ਧੰਨ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਣਾ ਵਰਤਾ ਗਏ, ਸਮਾ ਗਏ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਵਿੱਚ, ਗੁਰਤਾ ਗੱਦੀ ਤੇ ਸੁਭਾਇਮਾਨ ਹੈ। ਗੋਇੰਦਾ ਸਰੀਰ ਛੱਡ ਗਿਆ ਹੈ, ਉਹਦਾ ਆਪਣਾ ਪੁੱਤਰ ਨਹੀਂ ਸੀ, ਪਾਲਕ ਪੁੱਤਰ ਸੀ, ਭਤੀਜਾ ਹੋਵੇ ਕੋਈ ਹੋਵੇ। ਉਹਨੇ ਝੂਠ ਬੋਲਿਆ, ਝੂਠ ਬੋਲ ਕੇ ਉਹਨੇ ਹਿੱਸਾ ਲੈਣਾ ਚਾਹਿਆ ਕਿ ਮੈਨੂੰ ਵੀ ਹਿੱਸਾ ਚਾਹੀਦਾ ਹੈ। ਉਹਦੀ ਜਿਹੜੀ ਘਟਨਾ ਸੀ, ਜਿਸ ਤਰ੍ਹਾਂ ਉਹ ਛਲ ਕਰਦਾ ਸੀ, ਜਿਸ ਤਰ੍ਹਾਂ ਉਹ ਕਪਟ ਕਰਦਾ ਸੀ, ਸਤਿਗੁਰਾਂ ਨੇ ਆਪਣੇ ਬਚਨਾਂ ਦੁਆਰਾ, ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੌੜੀ ਕੀ ਵਾਰ ਦੇ ਵਿੱਚ ਵੀ ਬਖਸ਼ਾਂ ਕੀਤੀਆਂ। ਅੱਜ ਵਾਲਾ ਵੀ ਸ਼ਲੋਕ, ਉਹ ਜਿਹੜਾ ਗੋਇੰਦੇ ਦਾ ਭਤੀਜਾ ਸੀ ਨਾ, ਜਿਹੜਾ ਉਹਦਾ ਪਾਲਕ ਪੁੱਤਰ ਬਣਿਆ ਹੋਇਆ ਸੀ, ਉਹਦਾ ਪੁੱਤਰ ਹੀ ਉਹਨੂੰ ਕਹਿੰਦੇ ਸਨ, ਜਿਸ ਤਰ੍ਹਾਂ ਉਹ ਕਪਟ ਤੇ ਛਲ ਕਰਦਾ ਸੀ, ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਦੀ ਸੰਗਤ ਨੂੰ ਪਾਵਨ ਬਚਨ ਉਚਾਰਨ ਕਰਕੇ ਸਮਝਾਇਆ ਹੈ। ਤੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਜਿਹੜਾ ਵੀ ਛਲ ਕਪਟ ਕਰੇਗਾ ਦੁਨੀਆ ਦੇ ਨਾਲ, ਭੋਲੀ ਦੁਨੀਆ ਨਾਲ,
ਜਿਹੜਾ ਛਲ ਕਪਟ ਕਰੇਗਾ ਗੁਰੂ ਘਰ ਦੇ ਨਾਲ ਤੇ ਗੁਰਮੁਖੋ ਉਹਦਾ ਲੋਕ ਵੀ ਜਾਂਦਾ ਹੈ ਤੇ ਪਰਲੋਕ ਵੀ ਜਾਂਦਾ ਹੈ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਣੀ ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਛਲ ਕਪਟ ਤੋਂ ਛਡਾ ਲਓ। ਕਰਦੇ ਆਪਾਂ ਵੀ ਆ, ਮੱਥਾ ਟੇਕਣ ਤੋਂ ਪਹਿਲਾਂ ਹੀ ਜੇਬ ਵਿੱਚ ਹੱਥ ਮਾਰ ਕੇ ਨਿੱਕੇ ਤੋਂ ਨਿੱਕਾ ਨੋਟ ਲੱਭਦੇ ਆ। ਸਾਡਾ ਛਲ ਕਪਟ ਵੇਖੋ ਕਿਹੋ ਜਿਹਾ। ਤੇ ਜੇ ਵੱਡਾ ਨੋਟ ਹੱਥ 'ਚ ਆ ਜੇ ਤੇ ਆਪਾਂ ਜੇਬ 'ਚ ਪਾ ਲੈਨੇ, ਤੇ ਜੇ ਗੋਲਕ 'ਚ ਪਾ ਦਈਏ ਫਿਰ ਆਖੀਦਾ ਵੱਡਾ ਨੋਟ ਅੱਜ ਮੈਂ ਮੱਥਾ ਟੇਕਿਆ। ਤੇ ਗੁਰੂ ਸਾਹਿਬ ਨਾਲ ਛਲ, ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਤਾਂ ਸਾਰੀ ਸ੍ਰਿਸ਼ਟੀ, ਸਾਰੀ ਮਾਇਆ ਉਹਦੀ ਹੈ। ਅਸੀਂ ਕਹਿੰਦੇ ਵੀ ਆ ਮਾਇਆ ਵੱਧ ਤੋਂ ਵੱਧ ਸੇਵਾ ਕਰਾਂਗੇ ਤੇ ਸਾਡਾ ਭਲਾ ਹੋਣਾ ਬਹੁਤੀ ਮਿਲਣੀ ਹੈ। ਪਰ ਗੁਰੂ ਦਰ ਦੀ ਸੇਵਾ ਕਰਨ ਲੱਗੇ ਕਿੱਦਾਂ ਸਾਡਾ ਮਨ ਛਲ ਕਪਟ ਕਰਦਾ ਆਪਾਂ ਸਾਰੇ ਹੀ ਜਾਣਦੇ ਆ। ਬਹੁਤਾ ਕਿਸੇ ਪਰਥਾਏ ਕਹਿਣ ਦੀ ਲੋੜ ਨਹੀਂ, ਕੇਵਲ ਹੰਕਾਰ ਹੀ ਚੁੱਕੀ ਫਿਰਦੇ ਆ। ਗੁਰੂ ਸਾਹਿਬ ਵੀ ਕਿਰਪਾ ਕਰਕੇ ਬਚਾਉਣ, ਜਿਵੇਂ ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਆਓ ਸਾਧ ਸੰਗਤ ਜੀ ਸਰਵਣ ਕਰੀਏ, ਸਾਰੇ ਪਿਆਰ ਨਾਲ ਗੱਜ ਕੇ ਬੁਲਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਲੋਕ ਮਹੱਲਾ ਚੌਥਾ। ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਡੇ ਤੇ ਮਿਹਰ ਕਰਦੇ ਆ, ਕਿਰਪਾ ਕਰਦੇ ਹਨ, ਜਿਨ੍ਹਾਂ ਦੀ ਮਹਿਮਾ ਵਡਿਆਈ ਕਹੀ ਨਹੀਂ ਜਾ ਸਕਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਾਡਾ ਜਿਹੜਾ ਚੌਥਾ ਸਰੂਪ ਸੀ ਨਾ ਉਹ ਇਸ ਤਰ੍ਹਾਂ ਦਾ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ। ਉਹ ਵਾਹਿਗੁਰੂ ਦਾ ਰੂਪ, ਐਸੇ ਉਹ ਸਰੂਪ ਸਾਹਿਬ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਹਨ। ਅੰਤਰ ਅਗਿਆਨ ਭਈ ਮਤ ਮਧਿਮ ਸਤਿਗੁਰ ਕੀ ਪ੍ਰਤੀਤ ਨਾਹੀ। ਮਹਾਰਾਜ ਸਾਹਿਬ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਜਿਨ੍ਹਾਂ ਦੀ ਮਤ ਮੱਧਮ ਥੋੜੀ ਹੋ ਜਾਂਦੀ ਹੈ, ਰਾਜਸੀ ਲਾਲਚਾਂ ਵਿੱਚ ਤਿੰਨ ਤਰ੍ਹਾਂ ਦੀ ਮਤ ਹੁੰਦੀ ਹੈ। ਇੱਕ ਉੱਤਮ ਮਤ ਹੁੰਦੀ ਹੈ, ਇੱਕ ਮੱਧਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਫਸਟ, ਸੈਕੰਡ ਤੇ ਥਰਡ। ਪਹਿਲੇ ਦਰਜੇ ਦੀ ਉੱਤਮ ਮਤ ਕੀ ਹੈ? ਉੱਤਮ ਮਤ ਮੇਰੇ ਹਿਰਦੈ ਧੁਆਓ ਧਿਆਵੋ ਗਾਵੋ ਗੁਣ ਗੋਬਿੰਦਾ ਅਤ ਪ੍ਰੀਤਮ ਮੋਹਿ ਲਾਗੈ ਨਾਉ। ਇਹ ਉੱਤਮ ਮਤ ਹੈ। ਮੱਧਮ ਮਤ ਕੀ ਹੈ? ਜਿਹਦੇ ਵਿੱਚ ਰਾਜਸੀ ਫਾਇਦਾ, ਕੇਵਲ ਰਜੋਗੁਣ, ਝੂਠ ਬੋਲੋ, ਝੂਠ ਵਿਖਾਵੇ ਕਰੋ, ਜੋ ਮਰਜ਼ੀ ਕਰੋ, ਬਸ ਆਪਣੀ ਸਰਕਾਰ ਬਣ ਜਾਵੇ। ਮੱਧਮ ਮਤ ਇਹ ਨਹੀਂ ਕਿ ਗੁਰੂ ਪਰਮਾਤਮਾ ਦੇ ਦਰ ਤੇ ਵੀ ਲੇਖਾ ਦੇਣਾ ਪਵੇਗਾ। ਸਾਧ ਸੰਗਤ ਜੀ ਰਾਜਾ ਉਹ ਚੰਗਾ ਹੁੰਦਾ ਹੈ ਜਿਹੜਾ ਆਪਣੇ ਬੱਚਿਆਂ ਦੀ ਨਿਆਈ ਪ੍ਰਜਾ ਨੂੰ ਪਾਲੇ। ਜਿਹੜਾ ਆਪਣੇ ਬੱਚਿਆਂ ਦੀ ਨਿਆਈ ਪ੍ਰਜਾ ਨੂੰ ਨਹੀਂ ਸਮਝਦਾ ਉਹ ਰਾਜਾ ਕਦੀ ਵੀ ਸਹੀ ਨਹੀਂ ਚੱਲ ਸਕੇਗਾ। ਚੰਦਰਗੁਪਤ ਜਿਸ ਦਾ ਗੁਰੂ ਸੀ, ਜਿਸ ਦਾ ਉਸਤਾਦ ਜੀ ਵਿਸ਼ਨੂੰ ਗੁਪਤ, ਜਿਹਨੂੰ ਚਾਣਕਿਆ ਕਿਹਾ ਜਾਂਦਾ ਹੈ, ਚਾਣਕ, ਉਹਨੂੰ ਕਿਸੇ ਸਿਆਣੇ ਨੇ ਕਿਹਾ ਕਿ ਤੂੰ ਇੰਨਾ ਵਿਦਵਾਨ ਹੈ, ਰਾਜਨੀਤੀ 'ਚ ਮਾਹਰ ਹੈ, ਅਰਥ ਸ਼ਾਸਤਰ ਇੰਨਾ ਪੜ੍ਹਿਆ ਹੋਇਆ ਹੈ, ਤੇ ਤੂੰ ਕਿਉਂ ਨਹੀਂ ਰਾਜਾ ਬਣ ਜਾਂਦਾ? ਉਹ ਕਹਿੰਦਾ ਭਰਾਵਾ ਅਸਲ 'ਚ ਮੈਂ ਗ੍ਰਸਤੀ ਨਹੀਂ ਹਾਂ, ਮੈਨੂੰ ਘਰਾਂ ਦੇ ਦੁੱਖ ਸੁੱਖ ਨਹੀਂ, ਲੋੜਾਂ ਦਾ ਨਹੀਂ ਪਤਾ। ਜੇ ਮੈਂ ਰਾਜਾ ਬਣ ਗਿਆ ਤਾਂ ਮੈਂ ਤੇ ਆਪਣੇ ਹਿਸਾਬ ਨਾਲ ਚਲਾਵਾਂਗਾ, ਤੇ ਜਿਹੜਾ ਗ੍ਰਸਤੀ ਹੋਵੇਗਾ, ਚੰਦਰਗੁਪਤ ਨੂੰ ਇਸੇ ਵਾਸਤੇ ਮੈਂ ਗ੍ਰਸਤੀ ਬਣਾਇਆ ਹੈ, ਇਹਨੂੰ ਘਰ ਦੀਆਂ ਲੋੜਾਂ ਦਾ ਪਤਾ ਹੈ। ਕਿਉਂਕਿ ਗ੍ਰਸਤੀ ਨੂੰ ਪਤਾ ਹੁੰਦਾ ਹੈ ਕਿ ਮੇਰੀ ਧੀ ਨੂੰ ਕੀ ਲੋੜ ਹੈ, ਮੇਰੀ ਘਰਵਾਲੀ ਨੂੰ ਕੀ ਲੋੜ ਹੈ, ਮੇਰੀ ਮਾਂ ਨੂੰ ਕੀ ਲੋੜ ਹੈ, ਮੇਰੇ ਪੁੱਤ ਨੂੰ, ਮੇਰੇ ਪਿਓ ਨੂੰ, ਸਾਰੀਆਂ ਲੋੜਾਂ ਦਾ ਪਤਾ ਹੁੰਦਾ। ਇਸ ਵਾਸਤੇ ਉਹ ਕਹਿੰਦਾ ਕਿ ਰਾਜਾ ਗ੍ਰਸਤੀ ਹੋਣਾ ਚਾਹੀਦਾ ਤੇ ਇਮਾਨਦਾਰ ਹੋਣਾ ਚਾਹੀਦਾ। ਤੇ ਜੇ ਗੁਰਮੁਖੋ ਇਮਾਨਦਾਰ ਨਹੀਂ ਹੋਏਗਾ ਤੇ ਫਿਰ ਵੀ ਸਹੀ ਢੰਗ ਨਾਲ ਨਹੀਂ ਚੱਲੇਗਾ। ਰਾਜਸੀ ਤੋਂ ਗੱਲ ਚੱਲੀ ਜਿਨ੍ਹਾਂ ਦੀ ਰਜੋਗੁਣੀ ਕੇਵਲ ਬਿਰਤੀ, ਆਪਣਾ ਨਫਾ ਸੋਚਣਾ, ਹੋਰ ਕੁਝ ਨਹੀਂ। ਤੇ ਐਸੇ ਜਿਹੜੇ ਨੇ ਉਹ ਮੱਧਮ ਮਤ ਵਾਲੇ ਆ, ਉਹਨਾਂ ਦੇ ਹਿਰਦੇ ਵਿੱਚ ਅਗਿਆਨਤਾ ਪ੍ਰਵੇਸ਼ ਕਰ ਜਾਂਦੀ ਹੈ, ਅਗਿਆਨ ਹੈ। ਤੇ ਅਗਿਆਨਤਾ ਜਦੋਂ ਆ ਜਾਂਦੀ ਹੈ ਥੋੜੀ ਮਤ ਕਰਕੇ, ਫਿਰ ਕੀ ਹੁੰਦਾ ਹੈ? ਸਤਿਗੁਰ ਕੀ ਪ੍ਰਤੀਤ ਨਹੀਂ। ਉਹਨਾਂ ਨੂੰ ਸਤਿਗੁਰਾਂ ਤੇ ਗੁਰੂ ਤੇ ਪਰਮਾਤਮਾ ਤੇ ਭਰੋਸਾ ਨਹੀਂ ਹੁੰਦਾ ਕਿ ਮੇਰੇ ਤੋਂ ਵੀ ਵੱਡਾ ਕੋਈ ਰਾਜਾ ਹੈ।
ਇਹ ਕੱਲਾ ਰਾਜ ਪ੍ਰਬੰਧ ਸਰਕਾਰਾਂ ਦਾ ਨਹੀਂ ਜਾਣਨਾ, ਘਰ ਦੇ ਵਿੱਚ ਵੀ ਬੰਦਾ ਰਾਜਾ ਹੈ, ਬੀਬੀ ਰਾਣੀ ਹੈ। ਇਹ ਘਰ ਦੇ ਵਿੱਚ ਵੀ ਛੋਟੀ ਜਿਹੀ ਸਾਡੀ ਸਰਕਾਰ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਰੋਸਾ ਨਹੀਂ ਰਹਿੰਦਾ ਗੁਰੂ ਤੇ ਜਦੋਂ ਗੁਰੂ ਤੇ ਭਰੋਸਾ ਨਾ ਰਵੇ ਸਾਧ ਸੰਗਤ ਜੀ, ਤੇ ਫਿਰ ਉਦੋਂ ਬੰਦਾ ਤਰ੍ਹਾਂ ਤਰ੍ਹਾਂ ਦੀਆਂ ਚਲਾਕੀਆਂ ਤੇ ਚਤਰਾਈਆਂ ਕਰਦਾ ਹੈ। ਅੱਜ ਸਾਡਾ ਦੁਖਾਂਤ ਹੈ ਕਿ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੀ ਸਰੂਪ ਨੇ। ਇਹਨਾਂ ਵਿੱਚ ਉਹੋ ਹੀ ਸ਼ਕਤੀਆਂ ਤੇ ਬਖਸ਼ਾਂ ਨੇ। ਇਹ ਕਿਸੇ ਵਿਰਲੇ ਨੂੰ ਭਰੋਸਾ ਹੈ। ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੋ ਕਿਹਨੂੰ ਭਰੋਸਾ। ਜਦੋਂ ਅਸੀਂ ਇਹ ਅੱਖਰ ਵਰਤਦੇ ਹਾਂ, ਗੁਰੂ ਸਾਹਿਬ ਜੀ ਦੇ ਦਰ ਘਰ ਦੇ ਸੇਵਕਾਂ ਨੇ ਜਦੋਂ ਹੁਣ ਅਰਦਾਸ ਕਰਨੀ ਕਥਾ ਦੀ ਸਮਾਪਤੀ ਤੇ ਇਹੋ ਹੀ ਬਚਨ ਕਹਿਣੇ ਆ ਨਾ ਕਿ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਗੁਰਤਾ ਗੱਦੀ ਦੇ ਮਾਲਿਕ, ਚਵਰ ਛਤਰ ਤਖਤ ਦੇ ਮਾਲਕ। ਤੇ ਜੇ ਆਤਮਿਕ ਜੋਤ ਉਹੀ ਹੈ ਜਿਹੜੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ, ਆਤਮਿਕ ਜੋਤ ਇਸ ਗੁਰਬਾਣੀ ਦੇ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਹੀ ਹੈ ਜੋ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਵਿੱਚ ਹੈ, ਤੇ ਫਿਰ ਸ਼ਕਤੀਆਂ ਕਿਵੇਂ ਘੱਟ ਹੋਈਆਂ? ਸ਼ਕਤੀਆਂ ਜੋਤ ਵਿੱਚ ਹੁੰਦੀਆਂ, ਆਤਮਿਕ ਤਾਕਤ ਵਿੱਚ ਹੁੰਦੀਆਂ, ਨਾ ਕਿ ਸਰੀਰ ਦੇ ਵਿੱਚ। ਸਰੀਰ ਤੇ ਉਹੀ ਹੈ, ਜਦੋਂ ਵਿੱਚੋਂ ਰੂਹ ਨਿਕਲ ਜਾਂਦੀ ਹੈ ਤੇ ਮੁਰਦਾ ਪਿਆ ਹੁੰਦਾ, ਤੇ ਜੋਤ ਰੱਖੀ ਜਾਂਦੀ ਹੈ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵਿੱਚ ਬਚਨ ਨੇ, ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜੁਨ ਮਾਹੇ ਧਰੀ। ਕਿ ਜਿਹੜੀ ਗੁਰੂ ਜੋਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜੋ ਮੈਂ ਕਹਿ ਰਿਹਾ ਨਾ, ਉਹ ਧੰਨ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦੀ ਮਹਿਮਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸ੍ਰਿਸ਼ਟੀ ਦਾ ਉਧਾਰ ਕਰਨ ਵਾਸਤੇ ਗੁਰੂ ਜੋਤ ਜਿਹੜੀ ਪਦਵੀ ਹੈ ਬਖਸ਼ਿਸ਼ਾਂ ਨੇ, ਜੋ ਨਿਰੰਕਾਰੀ ਜੋਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਰੀਰ ਵਿੱਚ ਹੁਣ ਪ੍ਰਵੇਸ਼ ਕਰ ਗਈ, ਉਹਨਾਂ ਵਿੱਚ ਰੱਖ ਦਿੱਤੀ। ਤੇ ਉਹੋ ਹੀ ਜੋਤ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਵਿੱਚ ਰੱਖੀ। ਨਾਲ ਬਚਨ ਕਿਹਾ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਂ। ਇਹ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਕਹੇ। ਭਾਈ ਹਰ ਸਿੰਘ ਜੀ ਨੇ ਲਿਖੇ ਹੈ, ਉਹਨਾਂ ਦੇ ਡਾਇਰੀ ਲਿਖਣ ਵਾਲੇ ਸਨ, ਜਿਹੜੇ ਪੰਜਾਂ ਸਿੰਘਾਂ ਵਿੱਚ ਸਨ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ। ਉਹਨਾਂ ਨੂੰ ਹੀ ਪੜ੍ਹ ਕੇ ਬਚਨਾਂ ਨੂੰ, ਤੇ ਭਾਈ ਸੁਮੇਰ ਸਿੰਘ ਜੀ ਪਟਨਾ ਸਾਹਿਬ ਵਾਲੇ ਜਿਹੜੇ ਗ੍ਰੰਥੀ ਹੋਏ ਆ, ਜੋ ਸਿੰਘ ਸਾਹਿਬ ਹੋਏ, ਉਹਨਾਂ ਨੇ ਲਿਖਿਆ ਗ੍ਰੰਥ, ਜੋ ਉਹਦੇ ਵਿੱਚ ਉਤੋਂ ਹੀ ਗਿਆਨੀ ਗਿਆਨ ਸਿੰਘ ਨੇ ਲਿਖਿਆ। ਉਸੇ ਹੀ ਪੋਥੀ ਤੋਂ ਉਤੋਂ ਪੜ੍ਹ ਕੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ, ਜੋ ਗੁਰਬਾਣੀ ਪਾਠ ਦਰਸ਼ਨ ਹੈ ਜਾਂ ਗੁਰਬਾਣੀ ਪਾਠ ਦਰਪਣ ਵੀ ਕਹਿੰਦੇ ਆ, ਉਹਦੇ ਵਿੱਚ ਜਿਹੜੇ ਬਚਨ ਟਕਸਾਲ ਵੱਲੋਂ ਛਪਾਈ, ਉਹਦੇ ਵਿੱਚ ਉਹ ਭਾਈ ਹਰ ਸਿੰਘ ਦੀ ਡਾਇਰੀ ਵਿੱਚੋਂ ਦੇਖ ਕੇ ਲਿਖੇ ਹੈ। ਇਹ ਮੈਂ ਤਾਂ ਥੋੜੇ ਵਿਸਥਾਰ ਨਾਲ ਕਿਹਾ ਕਿਉਂਕਿ ਸਾਡੇ ਵਿੱਚ ਭਰਮ ਪਾਉਣ ਵਾਲੇ ਕਹਿੰਦੇ ਤੇ ਗਿਆਨੀ ਗਿਆਨ ਸਿੰਘ ਨੇ ਲਿਖਿਆ। ਗਿਆਨੀ ਗਿਆਨ ਸਿੰਘ ਨੂੰ ਕਿੱਥੋਂ ਲਿਖ ਦਿੱਤੇ? ਭਾਈ ਸੁਮੇਰ ਸਿੰਘ ਜੀ ਨੇ ਕਿੱਥੋਂ ਲਿਖਤੇ? ਕੋਈ ਪੜ੍ਹ ਕੇ ਤੇ ਆਪਣੀ ਕਵਿਤਾ ਬਣਾ ਸਕਦਾ ਹੈ ਉਸ ਸਿਧਾਂਤ ਨੂੰ ਵਿੱਚ ਰੱਖਦਾ ਹੋਇਆ। ਅੱਖਰਾਂ ਦਾ ਹੇਰ ਫੇਰ ਹੋ ਸਕਦਾ ਹੈ, ਪਰ ਗੁਰਮੁਖੋ ਕਿਤੋਂ ਪੜ੍ਹਿਆ ਹੋਏਗਾ ਤਾਂ ਹੀ ਲਿਖੇ ਹੈ ਨਾ। ਇਹ ਕੰਮ ਕਦੋਂ ਸ਼ੁਰੂ ਹੋਇਆ? 20 ਅਗਸਤ 1782 ਈਸਵੀ ਦੇ ਵਿੱਚ ਜੇਮਸ ਬਰਾਊਨ ਦੀ ਅਗਵਾਈ ਦੇ ਵਿੱਚ ਲਾਰਡਨ ਹੈਗਸਟਨ ਜਿਹੜਾ ਸੀ, ਉਹਨੇ ਕਮੇਟੀ ਬਣਾਈ ਸੀ ਕਿ ਸਿੱਖਾਂ ਦੀ ਤਾਕਤ ਕਿੱਥੋਂ ਮਿਲਦੀ ਹੈ। ਜਦੋਂ ਪਹਿਲੀ ਵਾਰ ਦਿੱਲੀ ਜਿੱਤੀ ਹੈ, ਪਹਿਲੀ ਵਾਰ ਦਿੱਲੀ ਜਦੋਂ ਫਤਿਹ ਕੀਤੀ, ਉਹਨਾਂ ਨੂੰ ਇਹ ਸੀ ਕਿ ਮਰਾਠੇ ਮਾਰੇ ਗਏ, ਅਹਿਮਦ ਸ਼ਾਹ ਅਬਦਾਲੀ ਨੇ ਮਾਰ ਦਿੱਤੇ, ਮੁਗਲ ਮਾਰ ਦਿੱਤੇ ਮਰਾਠਿਆਂ ਨੇ, ਹੁਣ ਤੇ ਸਾਡਾ ਹੀ ਰਾਗ ਭਾਜ ਹੈ। ਕਲਕੱਤੇ ਵਿੱਚ ਬੈਠੇ ਹੋਏ ਲਾਰਡ ਕਲਾਈਵ ਵਰਗੇ ਬੰਦੇ ਜਿਹੜੇ ਸੀ ਉਹ ਇਹ ਸੋਚਦੇ ਸੀ। ਤੇ ਜਦੋਂ ਗੁਰਸਿੱਖਾਂ ਨੇ ਇਧਰੋਂ ਹਮਲਾ ਕਰਕੇ ਤੇ ਜਿੱਤ ਲਿਆ ਦਿੱਲੀ ਨੂੰ, ਤੇ ਇੱਕਦਮ ਹੈਰਾਨ ਹੋ ਕੇ ਤੇ ਫਿਰ ਉਹਨਾਂ ਨੇ ਖੋਜ ਸ਼ੁਰੂ ਕੀਤੀ। ਉਦੋਂ ਜੇਮਸ ਬਰਾਊਨ ਦੀ ਅਗਵਾਈ ਦੇ ਵਿੱਚ ਕਮੇਟੀ ਬਣੀ ਹੈ ਕਿ ਇਹਨਾਂ ਦੀ ਰਾਜਸੀ ਤਾਕਤ ਕੀ ਹੈ, ਇਹ ਰਾਜਸੀ ਤਾਕਤ, ਇਹ ਸ਼ਕਤੀ ਕਿੱਥੋਂ ਪ੍ਰਾਪਤ ਕਰਦੇ ਆ, ਇਹਨਾਂ ਦੇ ਮਿਸਲਾਂ ਦੇ ਆਪਸੀ ਸੰਬੰਧ ਕੀ ਹੈ, ਪ੍ਰੇਮ ਕਿੰਨਾ ਕੁ, ਤੇ ਤੋੜੇ ਕਿੱਦਾਂ ਜਾ ਸਕਦੇ ਆ। ਫਿਰ ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਤੇ ਸ਼ੰਕੇ ਪਾਉਣੇ ਸ਼ੁਰੂ ਕੀਤੇ, ਸਤਿਗੁਰਾਂ ਦੇ ਪਾਵਨ ਦਰਬਾਰ ਤੇ ਸ਼ੰਕੇ ਪਾਉਣੇ ਸ਼ੁਰੂ ਕੀਤੇ। ਉੱਥੋਂ ਕੰਮ ਸ਼ੁਰੂ ਹੋਇਆ ਗੁਰਮੁਖੋ। ਇਹ ਵੀ ਇੱਕ ਯੁੱਧ ਹੁੰਦਾ ਹੈ, ਇਹਨੂੰ ਕਹਿੰਦੇ ਕੂਟਨੀਤਕ ਯੁੱਧ।
ਇੱਕ ਹੁੰਦਾ ਪ੍ਰਕਾਸ਼ ਯੁੱਧ, ਜਿਹਨੂੰ ਮਰਦਾਂ ਵਾਲੀ ਜੰਗ ਕਹਿੰਦੇ, ਪ੍ਰੇਰ ਕੇ ਕਿ ਫਲਾਣੇ ਥਾਂ ਤੇ ਆ ਜਾਓ, ਜਿੰਨੇ ਮਰਜੀ ਅਸੀਂ ਵੀ ਆ ਜਾਾਂਗੇ, ਜੰਗ ਕਰ ਲੈਨੇ। ਦੂਸਰਾ ਹੁੰਦਾ ਰਾਜਨੀਤਿਕ, ਕਹਿਣਾ ਹਮਲਾ ਕਰਨ ਲਈ ਕਿਤੇ ਤੇ ਕਰਨਾ ਕਿਤੇ। ਤੇ ਕੂਟਨੀਤਿਕ ਹੁੰਦਾ ਹੈ ਜ਼ਹਿਰ ਦੇ ਕੇ ਮਾਰਨਾ ਜਾਂ ਅੰਦਰੋਂ ਅੰਦਰੀ ਬਰਬਾਦ ਕਰ ਦੇਣਾ। ਇਹ ਤਿੰਨ ਤਰ੍ਹਾਂ ਦੇ ਜੰਗ ਹੁੰਦੇ। ਤੇ ਸਾਧ ਸੰਗਤ ਜੀ, ਭਰੋਸਾ ਨਹੀਂ ਸਾਡੇ ਚ ਰਿਹਾ। ਇੰਨੀਆਂ ਨਫ਼ਰਤਾਂ, ਇੰਨੇ ਜ਼ਿਆਦੇ ਮਨ ਆਈਆਂ ਤੇ ਆ ਗਏ ਆ ਕਿ ਕੀ ਕਹੀਏ। ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਣੀ ਅਰਦਾਸ ਕਰੋ ਕਿ ਮਹਾਰਾਜ ਪੰਥ ਨੂੰ ਏਕਤਾ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਾਰਿਆਂ ਨੂੰ ਅੰਦਰੋਂ ਸ਼ੰਕਾ ਕੱਢ ਦੇਣ ਮਰਿਆਦਾ ਤੇ ਆਪਣੀ ਬਾਣੀ ਤੇ। ਇਸ ਵਾਸਤੇ ਅਰਦਾਸ ਕਰਦੇ ਹੋਏ ਜਿੰਨੀ ਸੰਗਤ ਇੱਥੇ ਬੈਠੀ ਆਪ ਜੀ, ਜਿੰਨੇ ਵੀ ਟੈਲੀਵਿਜ਼ਨਾਂ ਤੇ ਦੇਸਾਂ ਵਿਦੇਸਾਂ ਤੇ ਸੁਣ ਰਹੇ, ਸਾਰੇ ਹੱਥ ਜੋੜ ਕੇ ਗੱਜ ਕੇ ਬੁਲਾਓ, ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਖੇਡ ਵਰਤਾਉਣ। ਭਾਈ ਮੱਤ ਥੋੜੀ ਹੋ ਗਈ, ਫਿਰ ਅੰਦਰ ਅਗਿਆਨਤਾ ਛਾ ਗਈ ਇੰਨੀ ਜ਼ਿਆਦਾ ਕਿ ਗੁਰੂ ਤੇ ਆਪਣੇ ਤੇ ਵੀ ਭਰੋਸਾ ਨਾ ਰਿਹਾ। ਅੰਦਰ ਕਪਟ ਸਭ ਕਪਟੋ ਕਰ ਜਾਣੈ। ਹਿਰਦੇ ਵਿੱਚ ਕਪਟ ਹੈ, ਛਲ ਹੈ ਆਪਣੇ ਤੇ। ਇਸ ਵਾਸਤੇ ਸਮਝਦੇ ਆ ਕਿ ਦੂਜੇ ਵੀ ਛਲ ਕਪਟ ਧੋਖਾ ਹੀ ਕਰਦੇ ਹਨ। ਕਪਟੇ ਖਪੇ ਖਪਾਹੀ, ਤੇ ਹਰ ਸਮੇਂ ਹੀ ਕਪਟ ਛਾਲ ਕਰਦੇ ਹੋਏ ਖਪਦੇ ਰਹਿੰਦੇ ਆ, ਦੂਸਰਿਆਂ ਨੂੰ ਵੀ ਖਪਾਉਂਦੇ ਆ। ਪ੍ਰਤੱਖ ਉਦਾਹਰਣ ਬਾਬਾ ਪਿਰਤੀ ਚੰਦ ਜੀ, ਸਾਹਿਬ ਗੁਰੂ ਰਾਮਦਾਸ ਜੀ ਨੂੰ ਪਰਮਾਤਮਾ ਰੂਪ ਕਰਕੇ ਨਹੀਂ ਜਾਣਿਆ। ਜਾਣਿਆ ਭੋਲਾ ਜਿਹਾ ਹੈਗਾ, ਐਵੇਂ ਹਰ ਕੋਈ ਆ ਕੇ ਛੜੀ ਜਾ ਰਿਹਾ। ਇਸ ਵਾਸਤੇ ਆਪ ਵੀ ਛਲ ਕਰਨ ਲੱਗ ਪਿਆ। ਤੇ ਫਿਰ ਕੀ ਹੋਇਆ ਆਪ ਜੀ ਸਭ ਜਾਣਦੇ ਹੋ। ਇਸੇ ਤਰ੍ਹਾਂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਦ੍ਰਿੜਤਾ ਸਹਿਤ ਭਰੋਸਾ ਨਹੀਂ। ਛਲ ਕਪਟ ਕਰਦੇ ਆ, ਹਜ਼ੂਰੀਆਂ 'ਚ ਵੀ ਇੱਧਰ ਉੱਧਰ ਵੀ ਝੂਠ ਬੋਲਦੇ ਰਹਿੰਦੇ ਆ। ਤੇ ਇਸ ਵਾਸਤੇ ਆਪ ਵੀ ਮਰਦੇ ਆ ਤੇ ਆਪਣੇ ਹੋਰਨਾਂ ਸਾਰਿਆਂ ਨੂੰ ਵੀ ਮਾਰਦੇ ਹਨ। ਸਤਿਗੁਰ ਕਾ ਭਾਣਾ ਚਿਤ ਨਾ ਆਵੈ, ਆਪਣਾ ਸੁਆਏ ਫਿਰਾਹੀ। ਆਪਣੇ ਸਵਾਰਥ ਦੇ ਵਿੱਚ ਹੀ ਤੁਰੇ ਫਿਰਦੇ ਆ। ਜੋ ਸਤਿਗੁਰਾਂ ਦਾ ਭਾਣਾ ਬਚਨ ਹੈ, ਹੁਕਮ ਹੈ, ਉਹ ਚਿੱਤ 'ਚ ਨਹੀਂ ਆਉਂਦਾ। ਸਾਧ ਸੰਗਤ ਜੀ, ਅੱਖਾਂ 'ਚੋਂ ਹੰਝੂ ਵਗ ਰਹੇ ਨੇ, ਗੁਰਸਿੱਖਾਂ ਕੋਲੋਂ ਦੇਖਿਆ ਨਹੀਂ ਜਾਂਦਾ। ਪਰ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਗੁਰਸਿੱਖੋ ਅੱਖਾਂ ਖੋਲ ਕੇ ਦੇਖੋ, ਸਾਰੀ ਸ੍ਰਿਸ਼ਟੀ ਨੂੰ ਹਰਨ ਭਰਨ ਜਾ ਕਾ ਨੇਤਰ ਫੋਰ। ਐਸੀ ਤਾਕਤ ਹੋਣ ਦੇ ਬਾਵਜੂਦ ਵੀ ਕਿਵੇਂ ਵਾਹਿਗੁਰੂ ਦਾ ਭਾਣਾ ਮੰਨਣਾ, ਅਜਰ ਨੂੰ ਜਰਨਾ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਾਡੇ ਸਾਹਮਣੇ ਕੋਈ ਅੱਗ ਲਾਉਣ ਲੱਗਾ ਹੋਵੇ ਤੇ ਮਹਾਰਾਜ ਕਹਿਣ, ਗੁਰਸਿੱਖਾ ਦੇਖ, ਮੈਂ ਇਹਨਾਂ ਦੁਸ਼ਟਾਂ ਦੀਆਂ ਪੀੜ੍ਹੀਆਂ ਕਿੱਦਾਂ ਨਾਸ ਕਰਨੀਆਂ। ਹੁਣ ਸਾਰਾ ਇਹਨਾਂ ਦਾ ਕੁਛ ਬਰਬਾਦ ਕਰ ਦੇਣੇ। ਜਿੰਨੇ ਪੁੰਨ ਨੇ, ਜਿੰਨੀ ਨੇ ਭਗਤੀ ਕਰ ਕਰਕੇ ਵਰ ਲਏ, ਸਭ ਨਾਸ ਕਰ ਦੇਣੇ। ਤੁਹਾਡੇ ਕੋਲੋਂ ਨਹੀਂ ਹੋਣੇ। ਹੁਣ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸੇ ਤਰ੍ਹਾਂ ਕੀਤਾ। ਧੰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਣ ਬੁੱਝ ਕੇ ਆਪ ਗਏ ਹੈ ਨਾ, ਗੁਰਸਿੱਖੋ ਅਸੀਂ ਸੀਸ ਦਵਾਂਗੇ, ਇਹਨਾਂ ਦੀਆਂ ਪੀੜ੍ਹੀਆਂ ਬਰਬਾਦ ਹੋ ਜਾਣਗੀਆਂ। ਅੱਜ ਕਿੱਥੇ ਨੇ ਔਰੰਗਜ਼ੇਬ? ਅੱਜ ਕਿੱਥੇ ਹੈ ਔਰੰਗਜ਼ੇਬ ਦੇ ਹੁਕਮ ਵਿੱਚ ਸਤਿਗੁਰਾਂ ਨੂੰ ਤਸੀਹੇ ਦੇਣ ਵਾਲੇ ਤੇ ਸ਼ਹੀਦ ਕਰਨ ਵਾਲੇ, ਬੇਦਬੀਆਂ ਕਰਨ ਵਾਲੇ? ਗੁਰਮੁਖੋ, ਸਤਿਗੁਰਾਂ ਦੀ ਬੇਦਬੀ, ਗੁਰ ਹੈ ਅਵਗਿਆ ਘਾਤ। ਜਿਹੜਾ ਗੁਰੂ ਦੀ ਅਵਗਿਆ ਬੇਦਬੀ ਕਰਦਾ ਹੈ, ਉਹਦਾ ਲੋਕ ਪਰਲੋਕ ਨਾਸ ਹੋ ਜਾਂਦਾ। ਕੱਲਾ ਉਹਦਾ ਨਹੀਂ, ਉਹਨਾਂ ਦੀਆਂ ਪੀੜ੍ਹੀਆਂ, ਉਹਨਾਂ ਦਾ ਰਾਜ ਭਾਗ ਸਭ ਜਾਂਦੇ ਰਹਿੰਦੇ। ਇਹ ਸਤਿਗੁਰਾਂ ਦਾ ਹੁਕਮ ਹੈ। ਪਰ ਆਪਣੇ ਸਵਾਰਥਾਂ ਵਿੱਚ, ਆਪਣੇ ਲੋਭ ਲਾਲਚ ਦੇ ਵਿੱਚ ਮੁੱਖ ਰੱਖ ਕੇ ਐਵੇਂ ਤੁਰੇ ਫਿਰਦੇ ਆ। ਉਦੋਂ ਵੀ ਤੁਰੇ ਫਿਰਦੇ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸਤਿਗੁਰਾਂ ਦਾ ਭਾਣਾ, ਹੁਕਮ, ਬਚਨ ਉਹ ਤਾਂ ਚੇਤੇ ਵਿੱਚ ਨਹੀਂ ਵਸਿਆ। ਉਹ ਤਾਂ ਬਚਨ ਵਸਿਆ ਹੀ ਨਹੀਂ ਕਿ ਸਾਥ ਸਾਥ ਸਿਮਰੋ ਗੋਬਿੰਦ, ਰਹਿਤ ਮਰਿਆਦਾ ਰੱਖੋ, ਹਰ ਟਾਈਮ ਸਿਮਰਨ ਭਜਨ ਦੇ ਵਿੱਚ ਰਹੋ। ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰਮਾਤਮਾ ਰੂਪ ਕਰਕੇ ਜਾਣੋ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਬਚਨ ਚੇਤੇ ਵਿੱਚ ਨਹੀਂ। ਆਪਣੇ ਸਵਾਰਥਾਂ ਤੇ ਲੋਭ ਲਾਲਚਾਂ ਵਿੱਚ ਹੀ ਤੁਰੀ ਫਿਰ ਰਹੀ ਹੈ ਦੁਨੀਆ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ। ਮਹਾਰਾਜ ਇਹੋ ਜਿਹਾ ਦਾ ਭਲਾ ਹੋ ਸਕਦਾ ਹੈ? ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਹਾਂ ਹੋ ਸਕਦਾ ਹੈ, ਜੇ ਆਪਣੀ ਕਿਰਪਾ ਕਰ ਦੇਵੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਸ਼ਬਦ ਸਮਾਹੀ, ਗੁਰਮੰਤਰ ਦੇ ਵਿੱਚ, ਮੂਲ ਮੰਤਰ ਦੇ ਵਿੱਚ ਸਮਾ ਜਾਵੇ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗਰਾ।
ਹਰ ਟਾਈਮ ਬਾਣੀ, ਉੱਠਦਿਆਂ ਬੈਠਦਿਆਂ, ਉਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੁਕ੍ਰਿਤ ਕਰੀਏ। ਗੁਰਮੁਖੋ ਸਾਡੇ ਬਹੁਤ ਸਾਰੇ ਸਿੰਘ ਸੋ ਕ੍ਰਿਤ ਕਰੀਏ ਪਾਠ ਕਰਦੇ, ਸੁਕ੍ਰਿਤ ਇਕੱਠਾ, ਧਰਮ ਦੀ ਕਿਰਤ। ਆਪਣੇ ਇੱਕ ਅੱਖਰ ਬਹੁਤ ਜ਼ਿਆਦਾ ਗਲਤ ਪ੍ਰਚਲਿਤ ਕਰ ਦਿੱਤਾ ਗਿਆ। ਇਹ ਜੀ ਦਸਾਂ ਨੌਵਾਂ ਦੀ ਕਿਰਤ ਕਰਨੀ ਚਾਹੀਦੀ। ਗੁਰਮੁਖੋ ਦਸਾਂ ਨੌਵਾਂ ਦੀ ਕਿਰਤ ਤੇ ਚੋਰ ਵੀ ਕਰਦਾ, ਚੋਰ ਵੀ ਦੋਹਾਂ ਹੱਥਾਂ ਨਾਲ ਹੀ ਚੋਰੀ ਕਰਦਾ, ਉਹ ਕਿਹੜਾ ਇੱਕ ਹੱਥ ਨਾਲ ਕਰਦਾ। ਜਿਹੜੇ ਨਸ਼ੇ ਵੇਚਦੇ ਉਹ ਵੀ ਤੇ ਹੱਥਾਂ ਨਾਲ ਹੀ ਫੜ ਕੇ ਵੇਚਦੇ ਫਿਰਦੇ ਆ, ਜਿਹੜੇ ਕਤਲ ਕਰਦੇ ਫਿਰਦੇ ਉਹ ਵੀ ਹੱਥਾਂ ਨਾਲ ਹੀ ਕਰਦੇ ਆ। ਕਿਰਤ ਧਰਮ ਦੀ ਕਰਨੀ ਜੋ ਗੁਰੂ ਕਹਿ ਰਿਹਾ। ਚੋਰੀਆਂ ਕਰਨਾ ਸਤਿਗੁਰਾਂ ਦਾ ਹੁਕਮ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਹੁਕਮ ਸਾਡਾ ਕੀ, ਸਮਾਜ ਦਾ ਹੁਕਮ ਨਹੀਂ ਹੈ। ਸਮਾਜ ਜਿਹੜੇ ਪਰਮਾਤਮਾ ਤੇ ਭਰੋਸਾ ਨਹੀਂ ਨਾ ਕਰਦੇ, ਵਾਹਿਗੁਰੂ ਦੀ ਹੋਂਦ ਨੂੰ ਨਹੀਂ ਮੰਨਦੇ, ਉਹ ਵੀ ਸਮਾਜ ਜਿਹੜਾ ਉਹ ਕਹਿੰਦੇ ਚੋਰੀ ਨਹੀਂ ਕਰਨੀ ਚਾਹੀਦੀ, ਬੇਈਮਾਨੀ ਨਹੀਂ ਕਰਨੀ ਚਾਹੀਦੀ, ਕਿਸੇ ਦਾ ਘਰ ਨਹੀਂ ਬਰਬਾਦ ਕਰਨਾ ਚਾਹੀਦਾ, ਉਹ ਵੀ ਇਹ ਗੱਲਾਂ ਕਹਿੰਦੇ। ਦਸਾਂ ਨੋਹਾਂ ਦੀ ਕਿਰਤ ਗੁਰਮੁਖੋ ਧਰਮ ਦੀ ਕਿਰਤ ਹੋਣੀ ਚਾਹੀਦੀ। ਮਾਰੇ ਕਹਿੰਦੇ ਉਠਤ ਬੈਠਤ ਹਰ ਹਰ ਧਿਆਈਐ, ਆਨ ਦਿਨ ਸੁਕ੍ਰਿਤ ਕਰੀਐ। ਧਰਮ ਦੀ ਕਿਰਤ ਕਰ, ਧਰਮ ਦੀ। ਇਸ ਵਾਸਤੇ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਕੀ ਬਾਣੀ ਦੇ ਵਿੱਚ ਦਿਨ ਰਾਤ ਉੱਠਦਾ ਬੈਠਦਾ ਤੁਰਦਾ ਫਿਰਦਾ ਕਿਰਤ ਵੀ ਕਰ, ਨਾਮ ਵੀ ਜਪ ਨਾਲ, ਧਰਮ ਦੀ ਕਿਰਤ ਕਰ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਜੀ ਹੋਰ ਬਖਸ਼ਿਸ਼ ਕਰਦੇ ਹਨ। ਮਨ ਮੁਖ ਮਾਇਆ ਮੋਹਿ ਵਿਆਪੇ। ਜਿਹੜੇ ਮਨਮੁਖ ਹਨ, ਮਨ ਮਰਜ਼ੀਆਂ ਕਰਨ ਵਾਲੇ। ਮਨਮੁਖ ਕਿਹਨੂੰ ਕਹਿੰਦੇ ਆ? ਜਿਹਨੇ ਮਨ ਨੂੰ ਹੀ ਮੁੱਖ ਰੱਖਿਆ। ਮੇਰਾ ਮਨ ਨਹੀਂ ਜੀ ਮੰਨਦਾ ਅੰਮ੍ਰਿਤ ਛਕਣ ਨੂੰ, ਅੰਮ੍ਰਿਤ ਧਾਰੀ ਬੜੇ ਵੇਖੇ ਐ। ਗੁਰਮੁਖੋ ਠੀਕ ਹੈ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਸੰਦਾਂ ਨੂੰ ਸਜ਼ਾਵਾਂ ਦਿੱਤੀਆਂ। ਇਹਦਾ ਮਤਲਬ ਇਹ ਤਾਂ ਨਹੀਂ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਛੱਡ ਦਈਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਮਰਿਆਦਾ ਨੂੰ ਖੁਦ ਫਾਲੋ ਕੀਤਾ ਹੈ, ਆਪ ਮੰਨਿਆ, ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਖੰਡੇ ਬਾਟੇ ਦੀ ਪੌਲ ਸਹਿਤ ਪਰਿਵਾਰ ਦੇ ਹੱਥ ਜੋੜ ਕੇ ਖੜੇ ਹੋ ਗਏ ਨੇ। ਪਿਆਰਿਓ, ਹੁਣ ਸਾਨੂੰ ਵੀ ਇਹ ਦਾਤ ਬਖਸ਼, ਸਾਨੂੰ ਵੀ ਪੰਥ ਵਿੱਚ ਸ਼ਾਮਲ ਕਰ ਲਿਓ। ਤੇ ਸਾਨੂੰ ਕੀ ਪਰੇਸ਼ਾਨੀ ਪੰਥ ਵਿੱਚ ਸ਼ਾਮਲ ਹੋਣ? ਕਈ ਕਹਿਣਗੇ ਜੀ ਅਸੀਂ ਆ ਨਹੀਂ ਕਰਨ ਦੇਣਾ, ਕਈ ਉਹ ਨਹੀਂ ਕਰਨ ਦੇਣਾ, ਇੰਨੀ ਬੁੱਧੀ ਭ੍ਰਿਸ਼ਟ ਹੋ ਗਈ। ਕਈ ਥਾਵਾਂ ਤੇ ਐਸਾ ਹੈ, ਸਾਧ ਸੰਗਤ ਜੀ ਕਹਿੰਦੇ ਅਸੀਂ ਅੰਮ੍ਰਿਤ ਸੰਚਾਰ ਹੀ ਨਹੀਂ ਕਰਨ ਦੇਣਾ। ਤੇ ਹੈ ਸਿੱਖ, ਹੈ ਗੁਰਦੁਆਰੇ ਦੇ ਪ੍ਰਬੰਧਕ ਕਮੇਟੀਆਂ, ਕੀ ਕਹੀਏ ਉਹਨਾਂ ਬਾਰੇ? ਸਤਿਗੁਰੂ ਸਮੱਤ ਬਖਸ਼ੇ, ਮਨਮੁਖ ਨੇ ਉਹ ਗੁਰੂ ਦੇ ਨਹੀਂ। ਉਹ ਉਹਨਾਂ ਮਸੰਦਾਂ ਵਿੱਚੋਂ ਹੈ ਜਿਹੜੇ ਕਹਿੰਦੇ ਸੀ ਅਸੀਂ ਤੁਹਾਨੂੰ ਉਪਦੇਸ਼ ਦੇ ਰਹੇ, ਸ਼ਰਾਬ ਲਿਆਓ, ਫਲਾਣੀ ਚੀਜ਼ ਲਿਆਓ, ਫਲਾਣੀ ਨਹੀਂ ਤੇ ਸ਼ਰਾਫ ਦੇ ਦੇਵਾਂਗੇ। ਉਹਨਾਂ ਨੂੰ ਵੀ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਸਜ਼ਾਵਾਂ ਦਿੱਤੀਆਂ ਹੀ ਸੀ ਨਾ। ਤੇ ਜੇ ਉਦੋਂ ਵਿਗੜਿਆ ਨੂੰ ਸਤਿਗੁਰੂ ਜੀ ਸੁਧਾਰ ਸਕਦੇ ਤੇ ਅੱਜ ਵੀ ਸੁਧਾਰ ਸਕਦੇ। ਆਪਾਂ ਆਪਣਾ ਖਿਆਲ ਰੱਖੀਏ ਕਿ ਅਸੀਂ ਨਾ ਕਿਤੇ ਵਿਗੜ ਜਾਈਏ, ਸਾਡੇ ਵਿੱਚ ਕਿਤੇ ਅੰਦਰ ਨਿਸ਼ਰਦਕ ਪੁਣਾ ਨਾ ਆ ਜਾਵੇ, ਸਾਡਾ ਕਿਤੇ ਅੰਦਰੋਂ ਹੌਸਲਾ ਨਾ ਟੁੱਟ ਜਾਵੇ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨਮੁਖ ਬੰਦਾ ਮਾਇਆ ਦੇ ਮੋਹ ਦੇ ਵਿੱਚ ਇੰਨਾ ਜ਼ਿਆਦਾ ਵਿਆਪਿਆ ਪਿਆ ਦੂਜੇ ਭਾਅ ਦੇ ਵਿੱਚ ਕਿ ਉਹਨਾਂ ਦਾ ਜਿਹੜਾ ਹੈ ਕੋਈ ਜੋ ਅੰਦਰ ਟਿਕਿਆ ਹੋਇਆ ਨਹੀਂ ਹੈ। ਦੂਜੈ ਭਾਈ ਮਨੁਆ ਥਿਰ ਨਾਹੀ। ਦੁਐਤ ਭਾਵਨਾ ਦੇ ਵਿੱਚ ਹੀ ਲੱਗੇ ਆ, ਮਨ ਟਿਕਿਆ ਹੋਇਆ ਹੀ ਨਹੀਂ ਹੈ। ਦੁਐਤ ਭਾਵਨਾ ਵਿੱਚ ਹੈ ਕਿ ਇੱਥੋਂ ਦੀ ਲੰਬੜਦਾਰੀ ਮਿਲ ਜਾਏ, ਇੱਥੋਂ ਦੀ ਵੀ ਮਿਲ ਜਾਏ, ਇਹੋ ਜੀ ਉਹਨਾਂ ਦੀ ਹਾਲਤ ਹੋਈ ਪਈ ਹੈ। ਉਹ ਆਪਣਾ ਨੁਕਸਾਨ ਤੇ ਕਰਦੇ ਹੀ ਕਰਦੇ, ਆਪਣੀਆਂ ਪੀੜ੍ਹੀਆਂ ਦਾ ਵੀ ਕਰ ਦਿੰਦੇ, ਦਾਗ ਲੱਗ ਜਾਂਦਾ। ਫਿਰ ਸਮਾਜ ਵਿੱਚ ਕਹਿੰਦੇ ਤੁਹਾਡਾ ਪਿਤਾ ਇਦਾਂ ਕਰਦਾ ਹੁੰਦਾ ਸੀ, ਫਲਾਣਾ ਤੁਹਾਡਾ ਇਸ ਤਰ੍ਹਾਂ ਕਰਦਾ ਹੁੰਦਾ। ਕਿਉਂਕਿ ਸਾਡੇ ਅੰਦਰ ਬੜਾ ਵੱਡਾ ਔਗਣ ਹੈ, ਅਸੀਂ ਦੂਸਰੇ ਦੇ ਔਗਣ ਨੂੰ ਫੜਦੇ। ਗੁਣ ਗਰਾਹੀ ਬਿਰਤੀ ਚਾਹੀਦੀ ਗੁਰਸਿੱਖ ਦੀ, ਪਰ ਅਸੀਂ ਗੁਣ ਗਰਾਹੀ ਨਹੀਂ ਬਣ ਸਕ ਰਹੇ। ਮਾਰੇ ਕਹਿੰਦੇ ਦੁਐਤ ਭਾਵਨਾ ਵਿੱਚ ਤੁਰੇ ਫਿਰਦੇ ਹਨ। ਅਨ ਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਪੇ ਖਪਾਹੇ। ਦਿਨ ਤੇ ਰਾਤ ਜਿਹੜੇ ਆ ਉਹ ਸੜਦੇ ਫਿਰਦੇ ਨੇ ਈਰਖਾ ਦੇ ਵਿੱਚ, ਤ੍ਰਿਸ਼ਨਾ ਦੇ ਵਿੱਚ। ਤੇ ਮੈਂ ਹੀ ਸਭ ਕੁਛ ਹਾਂ, ਮੈਂ ਨਹੀਂ ਕਰਨ ਦੇਣਾ, ਮੈਂ ਵੀ ਕੁਛ ਹਾਂ। ਇਹ ਹਉਮੈ ਦਾ ਅਰਥ ਹੁੰਦਾ ਸੌਖਾ ਸਭ, ਹਉ ਮੈਂ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਉਮੈ ਦੇ ਵਿੱਚ ਹੀ ਲੱਗ ਕੇ ਖਪਦੇ ਮਰਦੇ ਰਹਿੰਦੇ ਹਨ। ਅੰਤਰ ਲੋਭ ਮਹਾ ਗੁਬਾਰਾ,
ਇਨਕੈ ਨਿਕਟ ਨ ਕੋਈ ਜਾਹੇ। ਦਾਤਾ ਜੀ ਉਹ ਇਸ ਤਰ੍ਹਾਂ ਕਿਉਂ ਕਰਦੇ? ਮਾਰੇ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਲੋਭ ਬਹੁਤ ਜ਼ਿਆਦਾ, ਤੇ ਬਹੁਤ ਜ਼ਿਆਦਾ ਉਹਦੇ ਕਰਕੇ ਹਨੇਰਾ ਕੁੱਪ ਹੋ ਗਿਆ ਹੈ, ਦਿਖਾਈ ਨਹੀਂ ਕੁਝ ਦਿੰਦਾ, ਤੇ ਉਹਨਾਂ ਦੇ ਫਿਰ ਕੋਈ ਨੇੜੇ ਵੀ ਧਰਮੀ ਪੁਰਖ ਨਹੀਂ ਜਾਂਦੇ ਹਨ। ਹੋਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ, ਜਨਮ ਮਰਹਿ ਮਰ ਜਾਹੇ। ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਉਹ ਆਪ ਵੀ ਫਿਰ ਦੁਖੀ ਹੁੰਦੇ, ਸੁਖ ਕਬਹੂ ਨਾ ਪਾਵੈ, ਕਬਹੂ ਕਦੀ ਵੀ ਆਤਮਿਕ ਸੁਖ, ਖੱਖੇ ਨੂੰ ਵੀ ਔਂਕੜ ਹੈ ਨਾ, ਆਤਮਿਕ ਸੁਖ ਨਹੀਂ ਉਹਨਾਂ ਨੂੰ ਮਿਲਦਾ, ਅੰਦਰ ਉਹਨਾਂ ਦਾ ਟਿਕਾਅ ਵਿੱਚ ਸ਼ਾਂਤੀ ਵਿੱਚ ਕਦੀ ਨਹੀਂ ਆਉਂਦਾ। ਗੁਰਮੁਖੋ ਸੁਭਾਵਕ ਹੀ ਹੈ। ਮੈਂ ਆਪ ਜੀ ਦੇ ਪਰਿਵਾਰ ਵਿੱਚ ਕਲੇਸ਼ ਪਾ ਦੇਵਾਂ, ਤੁਹਾਡਾ ਮਨ ਖੁਸ਼ ਹੋ ਜਾਏ? ਨਹੀਂ ਨਾ ਹੋਏਗਾ ਖੁਸ਼। ਤੇ ਜੇ ਆਪਾਂ ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਣਾਇਆ ਪਰਿਵਾਰ, ਜਿਸ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹੈ, ਸਤਿਗੁਰ ਆਗੂ ਜਾਣੀਐ ਬਾਹਾਂ ਪਕੜ ਅੰਦਲੇ ਉਧਾਰੇ, ਨਿਜ ਸਵਾਰਥ ਵਾਸਤੇ ਜੇ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੀਆਂ ਪੁੱਤਰਾਂ ਪੰਥ ਦੇ ਵਿੱਚ ਸੰਗਤ ਵਿੱਚ ਫੁੱਟ ਪਾਵਾਂਗੇ ਤੇ ਫਿਰ ਸਾਨੂੰ ਅਸੀਸ ਮਿਲ ਜਾਏਗੀ? ਕਦੀ ਨਹੀਂ ਮਿਲੇਗੀ। ਸਾਡੇ ਘਰ 'ਚ ਵੀ ਖਿਲਾਰੇ ਪੈਣਗੇ, ਸਾਡੇ ਮਨ 'ਚ ਤੇ ਪੈਣੇ ਹੀ ਪੈਣੇ ਆ, ਕਦੀ ਵੀ ਸ਼ਾਂਤੀ ਨਹੀਂ ਆਵੇਗੀ। ਦਾਤਾ ਜੀ ਕਹਿੰਦੇ ਉਹ ਅੰਦਰੋਂ ਕਦੀ ਸੁੱਖ ਨਹੀਂ ਪਾਉਂਦੇ ਤੇ ਬਾਰ-ਬਾਰ ਜੰਮਦੇ ਤੇ ਮਰਦੇ ਰਹਿੰਦੇ ਹਨ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਣੀ ਚਿਤ ਲਾਹੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਐਸੇ ਬੰਦਿਆਂ ਦਾ ਭਲਾ ਹੋ ਹੀ ਨਹੀਂ ਸਕਦਾ? ਫਿਰ ਮਾਰੇ ਕਹਿੰਦੇ ਨਹੀਂ, ਭਲਾ ਹੋ ਸਕਦਾ ਹੈ ਜੇ ਸਤਿਗੁਰਾਂ ਦੇ ਚਰਣੀ ਆ ਕੇ ਸੰਗਤ ਵਿੱਚ ਖਲੋ ਕੇ ਤੇ ਮਾਫੀ ਮੰਗਣ ਕਿ ਅਸੀਂ ਹੁਣ ਤੱਕ ਆ ਗਲਤੀਆਂ ਕੀਤੀਆਂ। ਪਹਿਲਾਂ ਸੰਗਤ ਵਿੱਚ ਮਾਫੀ ਮੰਗਣ, ਫਿਰ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕਰਕੇ ਖੰਡੇ ਬਾਟੇ ਦੀ ਪੌਲ ਛਕਣ ਤੇ ਗੁਰੂ ਦੇ ਹੁਕਮ ਵਿੱਚ ਨਿਮਾਣੇ ਬਣ ਕੇ ਜੋੜੇ ਝਾੜਨ, ਭਾਂਡੇ ਮਾਂਜਣ, ਹੋਰ ਚੌਧਰਤਾ ਵਾਲੀਆਂ ਸੇਵਾ ਨਹੀਂ, ਨਿਮਰਤਾ ਵਾਲੀਆਂ ਸੇਵਾਵਾਂ, ਟਾਇਲਟਾਂ ਨੂੰ ਸਾਫ਼ ਕਰਨਾ, ਝਾੜੂ ਦੇਣਾ, ਚਰਨ ਗੰਗਾ ਸਾਫ਼ ਕਰਨੀ, ਐਸੀਆਂ ਜੇ ਸੇਵਾਵਾਂ ਕਰਨਗੇ ਨਾ ਤੇ ਮਹਾਰਾਜ ਕਹਿੰਦੇ ਉਹ ਪ੍ਰਭੂ ਪਰਮਾਤਮਾ ਜੇ ਬਖਸ਼ ਲਏ ਤੇ ਬਖਸ਼ ਲਵੇ, ਤੇ ਹੋਰ ਕੋਈ ਨਹੀਂ ਉਹਨਾਂ ਨੂੰ ਬਖਸ਼ ਨਹੀਂ ਸਕਦਾ ਹੈ। ਜੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਾਮ ਸਿਮਰਨ ਦੇ ਵਿੱਚ ਹਰ ਟਾਈਮ ਚਿੱਤ ਲਾ ਕੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਸ ਤਰ੍ਹਾਂ ਜੇ ਸੇਵਾ ਕਰਨ। ਮੌੜੀ ਸੰਤ ਭਗਤ ਪਰਵਾਣ, ਜੋ ਪ੍ਰਭ ਪਾਇਆ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਕਿਉਂਕਿ ਉਹ ਸੋਰਠ ਦੀ ਵਾਰ ਹੈ। ਇਹ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੈ। ਪੌੜੀਆਂ ਵੀ ਸਾਰੀਆਂ ਹੀ ਉਹਨਾਂ ਦੀਆਂ। ਸ਼ਲੋਕ ਤੇ ਮਹੱਲੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੀ ਵਿੱਚ ਆਏ ਨੇ, ਚੌਥੇ ਪਾਤਸ਼ਾਹ ਜੀ ਦੇ ਵੀ ਹਨ, ਤੇ ਪਰ ਪੌੜੀਆਂ ਜਿਹੜੀਆਂ ਸਾਰੀਆਂ ਉਹ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਹਨ। ਪੌੜੀ ਵਿੱਚ ਹੁਣ ਮਹਾਰਾਜ ਜੀ ਦੱਸਦੇ ਭਾਈ ਸੰਤ ਉਹ ਹਨ, ਭਗਤ ਉਹ ਹਨ, ਪ੍ਰਵਾਨ ਅਨੇਕ ਜੋ ਪ੍ਰਭ ਪਾਇਆ, ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਪਾਉਂਦਾ ਹੈ। ਭਾਵ ਜਿਹੜੇ ਵਾਹਿਗੁਰੂ ਨੂੰ ਵੀ ਪਿਆਰ ਕਰਦੇ। ਮੜੀਆਂ ਦਾ ਸੰਤ ਹੈ, ਕੋਈ ਦੁਨੀਆ ਦਾ ਸੰਤ ਹੈ ਕਿ ਕਿਤੇ ਮੇਰੇ ਚੇਲੇ ਹੀ ਨਾ ਰੁੱਸ ਜਾਣ, ਕੋਈ ਕਿਸੇ ਦਾ ਸੰਤ ਬਣਿਆ, ਪਰ ਜਿਹੜੇ ਵਾਹਿਗੁਰੂ ਦੇ ਸੰਤ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵੀਸਰੈ, ਹਰ ਨਾਮਾ ਮਨ ਮੰਤੋ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਸੰਤ ਨੇ ਜਿਹੜੇ ਸਵਾਸ ਸਵਾਸ ਸਿਮਰਨ ਕਰਦੇ, ਜਿਹੜੇ ਹਰ ਟਾਈਮ ਨਾਮ ਬੰਦਗੀ ਦੇ ਵਿੱਚ ਰਹਿੰਦੇ ਆ। ਐਸੇ ਜਿਹੜੇ ਸੰਤ ਤੇ ਭਗਤ ਹਨ, ਭਗਤ ਕਬੀਰ ਸਾਹਿਬ ਜੀ, ਭੈ ਗਤ, ਜਿਨ੍ਹਾਂ ਦਾ ਭੈ ਹੀ ਦੂਰ ਹੋ ਗਿਆ ਹੈ ਕਿ ਸੰਗਤ ਨਾ ਰੁੱਸ ਜਾਵੇ। ਨਹੀਂ, ਮਰਿਆਦਾ ਜੋ ਹੈ, ਜੋ ਮਰਿਆਦਾ ਹੈ ਉਹ ਕਹਿਣੀ, ਭਾਈ ਨਹੀਂ ਇਹ ਮਰਿਆਦਾ ਨਹੀਂ, ਮਰਿਆਦਾ ਵਿੱਚ ਚੱਲੋ। ਬਚਨ ਚੇਤੇ ਆ ਗਿਆ, ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲੇ ਸੱਚਖੰਡ ਸੁਭਾਇਮਾਨ ਹੋ ਗਏ। ਇੱਕ ਫੈਕਟਰੀ ਦਾ ਮਾਲਕ ਆਇਆ, ਫੈਕਟਰੀ ਨਹੀਂ ਚੱਲਦੀ, ਕੁਝ ਲੱਖ ਰੁਪਏ ਰੱਖੇ ਤੇ ਫਤਿਹ ਬੁਲਾਈ। ਮਹਾਂਪੁਰਖ ਚੁੱਪ ਰਹਿ, ਕਹਿੰਦਾ ਜੀ ਅਰਦਾਸ ਕਰੋ, ਕਹਿੰਦੇ ਲੈ ਜਾ, ਸਾਨੂੰ ਹੀ ਲੋੜ ਹੈਗੀ। ਚਲੇ ਗਿਆ, ਦੁਬਾਰਾ ਫਿਰ ਆਇਆ, ਫਿਰ ਮੋੜ ਦਿੱਤਾ। ਹੁਣ ਜਿਹੜੇ ਪ੍ਰਬੰਧਕ ਹੁੰਦੇ ਵਿਚਾਰੇ, ਉਹਨਾਂ ਨੂੰ ਫਿਕਰ ਹੁੰਦਾ ਖਰਚੇ ਬੜੇ, ਤੇ ਉਹ ਕਹਿਣ ਲੱਗੇ ਬਾਬਾ ਜੀ ਉਹ ਬਾਰ-ਬਾਰ ਹੁੰਦਾ, ਤੁਸੀਂ ਮੋੜ ਦਿੰਦੇ। ਕਹਿੰਦੇ ਜਾਵੇਗਾ ਕਿੱਥੇ, ਫਸਿਆ ਹੀ ਇਹੋ ਜਿਹਾ, ਇੱਥੇ ਹੀ ਆਏਗਾ। ਗੁਰੂ ਦੇ ਦਰ ਤੋਂ ਬਗੈਰ ਛੁਟਕਾਰਾ ਨਹੀਂ ਹੁੰਦਾ ਹੈਗਾ। ਤੀਜੀ ਵਾਰ ਜਦੋਂ ਆਇਆ ਤੇ ਕਹਿੰਦੇ ਬਹਿ ਜਾ, ਕਹਿੰਦਾ ਜੀ ਸੇਵਾ ਲੈ ਲਓ, ਪਰ ਕਹਿੰਦੇ ਪਹਿਲਾਂ ਸੱਚੋ ਸੱਚ ਦੱਸ ਕਰਦਾ ਕੀ ਹੈ। ਕਹਿੰਦਾ ਜੀ ਮੇਰੀ ਫੈਕਟਰੀ ਹੈ। ਪਹਿਲਾਂ ਤੇ ਕਿਸੇ ਸਾਧੂ ਸੰਤ ਆਮ
ਗਿਆਨੀ ਰਾਗੀ ਢਾਡੀ ਦੀ ਇਹ ਹਿੰਮਤ ਨਹੀਂ ਹੈਗੀ ਕਿਸੇ ਨੂੰ ਕਾਰੋਬਾਰ ਪੁੱਛ ਲਈ ਤੁਹਾਡਾ ਕਾਰੋਬਾਰ ਕੀ। ਗੁਰਮੁਖੋ ਗਲਤ ਕਾਰੋਬਾਰ ਦੀ ਆਮਦਨੀ ਖਾਵਾਂਗੇ ਬੁੱਧੀ ਭ੍ਰਿਸ਼ਟ ਹੋ ਜੇ। ਸਤਿਗੁਰਾਂ ਦੇ ਹੁਕਮ ਨਹੀਂ ਹੈ, ਗਲਤ ਕਿਰਤ ਦਾ ਗਲਤ ਅਸਰ ਪਏਗਾ। ਕਹਿਣ ਲੱਗਾ ਜੀ ਫੈਕਟਰੀ ਹੈ, ਕਹਿੰਦੇ ਤੇਰੇ ਜਿੰਨੇ ਮੁਲਾਜ਼ਮ ਹੈ ਉਹਨਾਂ ਨੂੰ ਤਨਖਾਹ ਪੂਰੀ ਦਿੰਦਾ? ਚੁੱਪ, ਬੋਲਿਆ ਨਹੀਂ। ਫਿਰ ਕਹਿੰਦੇ ਦੇਣਾ ਤਨਖਾਹ? ਕਹਿੰਦਾ ਜੀ ਦੇ ਦਾਂਗੇ। ਮਹਾਂਪੁਰਖ ਫਿਰ ਬੋਲੇ, ਕਹਿੰਦੇ ਤੇਰੀ ਜਾਨ ਨੂੰ ਦਿਨ ਰਾਤ ਰੋਂਦੇ ਅਰਦਾਸਾਂ ਕਰਦੇ, ਨਿਆਣੇ ਨਹੀਂ ਪਲਦੇ ਉਹਨਾਂ ਦੇ, ਭੁੱਖੇ ਮਰ ਰਹੇ ਬੱਚੇ ਉਹਨਾਂ ਦੇ, ਸਕੂਲਾਂ ਦੀਆਂ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ। ਮੈਂ ਤੇਰੇ ਪਾਪਾਂ ਦੀ ਕਮਾਈ ਲੈ ਲਾਂ? ਜਾਂ ਦੇ ਦੇ ਆਪਣੇ ਵਰਕਰਾਂ ਨੂੰ ਜਾ ਕੇ, ਮੈਨੂੰ ਨਹੀਂ ਚਾਹੀਦੀ। ਕਹਿੰਦੇ ਜੀ ਨਹੀਂ, ਆਹ ਰੱਖ ਲਓ, ਮੈਂ ਜਾਂਦਾ ਹੀ ਸਾਰਿਆਂ ਦੀਆਂ ਤਨਖਾਹਾਂ ਵਧਾ ਦਾਂਗਾ, ਕਿਰਪਾ ਕਰੋ, ਅਰਦਾਸ ਕਰੋ, ਮੇਰਾ ਕਾਰੋਬਾਰ ਤੁਰ ਪਏ। ਤੇ ਗੁਰਮੁਖੋ ਜੇ ਇਸ ਤਰ੍ਹਾਂ ਕੋਈ ਸਤਿਗੁਰਾਂ ਦੀ ਸ਼ਰਣੀ ਪੈਂਦਾ ਹੈ ਫਿਰ ਤੇ ਅਰਦਾਸ ਕਰਨੀ ਯੋਗ ਹੈ। ਤੇ ਜੇ ਕੋਈ ਨਸ਼ੇ ਵੇਚਦਾ ਉਹਦੀ ਅਰਦਾਸ ਕਰਾਂਗੇ ਕਿ ਮਹਾਰਾਜ ਬਰਕਤਾਂ ਪਾਓ, ਤੇ ਫਿਰ ਇਹਦਾ ਮਤਲਬ ਦੁਨੀਆ ਸਾਰੀ ਨਸ਼ਿਆਂ 'ਚ ਲੱਗ ਜੇ। ਇਹੋ ਹੀ ਮਤਲਬ ਹੈ ਨਾ ਫਿਰ। ਜਾਂ ਤੇ ਉਹਨੂੰ ਕਹੋ ਕਿ ਭਾਊ ਕਾਰੋਬਾਰ ਛੱਡ ਦੇ ਨਸ਼ਿਆਂ ਦਾ, ਤੇ ਜੇ ਨਸ਼ਿਆਂ ਨਾਲ ਕਮਾਈ ਕੀਤੀ ਉਹ ਗਰੀਬਾਂ 'ਚ ਵੰਡ ਦੇ, ਗਾਂ ਵਾਸਤੇ ਬੰਦਾ ਬਣ, ਤੇਰੀ ਅਰਦਾਸ ਕਰ ਦਾਂਗੇ। ਤੇ ਜੇ ਇਹ ਨਹੀਂ ਕਹਿ ਸਕਦੇ ਤੇ ਫਿਰ ਗੁਰਮੁਖੋ ਜਿੰਨੇ ਚਿਰ ਪਰਪੱਕਤਾ ਤਾਂ ਨਹੀਂ ਉਹਨੇ ਚਿਰ ਬਖਸ਼ਿਸ਼ ਵੀ ਨਹੀਂ ਆਉਣੀ ਸਾਡੇ ਤੇ, ਉਹਨੇ ਚਿਰ ਚੜ੍ਹਦੀ ਕਲਾ ਵੀ ਨਹੀਂ ਆਉਣੀ। ਗੱਲ ਕੌੜੀ ਹੈ ਪਰ ਸਾਡੀ ਡਿਊਟੀ ਹੈ ਬਿਮਾਰੀ ਦੱਸਣੀ ਤੇ ਉਹਦਾ ਇਲਾਜ ਵੀ ਦੱਸਣਾ। ਤੇ ਜੇ ਪੰਥੋ ਅਰਦਾਸ ਇਸ ਤਰ੍ਹਾਂ ਦੀ ਹੋਵੇਗੀ, ਜੇ ਤੇ ਇਹ ਕੰਮ ਕਰ ਲੋਗੇ ਤੇ ਠੀਕ ਹੈ, ਨਹੀਂ ਤੇ ਫਿਰ ਦਰ ਦਰ ਦੇ ਧੱਕੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਭਗਤ ਉਹ ਪ੍ਰਮਾਣ ਹੈ ਜਿਹੜਾ ਭੈ ਗਤ, ਜਿਹਦੀ ਭੈ ਜਿਹੜਾ ਨਾਸ ਹੋ ਗਿਆ ਹੈ। ਸਈ ਬੇਚਖਣ ਜੰਤ ਜਿਨੀ ਹਰ ਧਿਆਇਆ। ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਉਹਨਾਂ ਦੇ ਜੀਵ ਪਰਿਵਾਰ ਸਭ ਚੜ੍ਹਦੀ ਕਲਾ ਦੇ ਵਿੱਚ ਜੋ ਹੈ ਬਖਸ਼ਾਂ ਪ੍ਰਾਪਤ ਹੋ ਜਾਂਦੀਆਂ, ਉਹ ਸਿਆਣੇ ਹਨ। ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ। ਅੰਮ੍ਰਿਤ ਮੌਤ ਤੋਂ ਰਹਿਤ ਕਰਨ ਵਾਲਾ ਨਾਮ ਜੋ ਸਦਾ ਹੀ ਅਮਰ ਕਰਨ ਵਾਲਾ ਹੈ, ਨਾ ਆਮ ਜਿਹਦੇ ਵਿੱਚ ਖੁਆਸ਼ ਪਰਪੰਚ ਨਹੀਂ, ਐਸਾ ਵਾਹਿਗੁਰੂ ਜਿਹੜਾ ਹੈ ਉਹਦਾ ਭੋਜਨ ਉਹਨਾਂ ਨੂੰ ਚੰਗਾ ਲੱਗਦਾ ਹੈ ਨਾਮ ਦਾ। ਸੰਤ ਜਨਾਂ ਕੀ ਧੂਰ ਮਸਤਕ ਲਾਇਆ। ਉਹ ਸਦਾ ਹੀ ਗੁਰੂ ਸ਼ਰਨ ਚ ਆਉਂਦੇ ਆ ਤੇ ਸੰਗਤ ਦੀ ਚਰਨ ਧੂੜ ਮੱਥੇ ਨੂੰ ਲਾਉਂਦੇ, ਜੋੜੇ ਝਾੜਦੇ, ਸੇਵਾ ਕਰਦੇ ਹਨ। ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਮਹਾਰਾਜ ਜੀ ਕਹਿੰਦੇ ਉਹ ਅੰਦਰੋਂ ਵੀ ਪਵਿੱਤਰ ਹੋ ਜਾਂਦੇ, ਪੁਨੀਤ ਅੰਦਰੋਂ ਵੀ ਪਵਿੱਤਰ ਹੋ ਜਾਂਦੇ, ਮਨ ਬਾਣੀ ਸਰੀਰ ਕਰਕੇ, ਤੇ ਉਹ ਪੂਰੇ ਤੀਰਥ ਬਣ ਜਾਂਦੇ ਆ। ਸਾਧ ਸੰਗਤ ਰੂਪੀ ਤੀਰਥ ਜਿਹੜੇ ਆ ਕੇ ਨਹਾਉਂਦੇ, ਗੁਰੂ ਸ਼ਰਨ ਦੇ ਵਿੱਚ ਆ ਕੇ ਕਥਾ ਕੀਰਤਨ ਸੁਣਦੇ, ਬਾਣੀ ਸੁਣਦੇ ਹਨ, ਉਹਨਾਂ ਤੇ ਇਹ ਬਖਸ਼ਾਂ ਹੁੰਦੀਆਂ ਹਨ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਦਾਸ ਪਾਸੋਂ ਕਥਾ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਾਧ ਸੰਗਤ ਜੀ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਪ੍ਰਚਾਰ ਕਰਨ ਦਾ ਜੋ ਹੈ ਬਲ ਬਖਸ਼ਣਾ, ਅਰਦਾਸ ਕਰਨੀ। ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਡਰ ਤੋਂ ਰਹਿਤ ਹੋ ਕੇ ਚੜ੍ਹਦੀ ਕਲਾ ਨਾਲ ਗੁਰਮਤਿ ਪ੍ਰਚਾਰ ਕਰਨ ਦਾ ਬਲ ਬਖਸ਼ਣ। ਸਿੰਘ ਸਾਹਿਬ ਜੀ ਦਾ, ਸਮੂਹ ਸੰਗਤਾਂ ਦਾ, ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸੰਤ ਜਨਾਂ ਕੀ ਧੂਰ ਮਸਤਕ ਲਾਇਆ। ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।